ਲਓ ਜੀ ਨੈਕਸਟ ਅਸੀਂ ਸਟਾਰਟ ਕਰਦੇ ਹਾਂ ਆਪਣਾ ਪਲੈਨਿੰਗ। ਆਪਣਾ ਕੱਲ ਟੌਪਿਕ ਸੀਗਾ ਜਿਹੜਾ ਆਪਣਾ ਸਟਾਰਟ ਹੋਣਾ ਸੀ, ਠੀਕ ਆ। ਤੇ ਮੋਸਟ ਪ੍ਰੋਬੈਬਲੀ ਕੱਲ ਅਸੀਂ ਇਹਦੇ MCQs ਸੋਲਵ ਕਰਾਂਗੇ, ਤਾਂ ਹੁਣ ਤੱਕ ਉਹ ਅਪਲੋਡ ਨਹੀਂ ਸੀ ਹੋ ਪਾਏ, ਬਟ ਮੈਂ ਕੱਲ ਅੱਜ ਸ਼ਾਮ ਤੱਕ ਕੋਸ਼ਿਸ਼ ਕਰੂੰਗਾ ਕਿ ਇਹਦੇ MCQs ਜਿਹੜੇ ਆ ਉਹ ਅਵੇਲੇਬਲ ਹੋ ਜਾਣ ਤੁਹਾਨੂੰ। ਮੀਨਿੰਗ ਆਫ ਪਲੈਨਿੰਗ। ਹੁਣ ਅਸੀਂ ਇੱਕ ਗੱਲ ਤੇ ਪਹੁੰਚ ਗਏ ਸੀ ਕਿ ਇੰਡੀਆ ਨੇ ਇੱਕ ਗੱਲ ਫੈਸਲਾ ਕਰ ਲਿਆ ਸੀ ਆਜ਼ਾਦੀ ਤੋਂ ਪਹਿਲਾਂ ਦਾ ਸਾਰਾ ਸਟਰਗਲ ਦੇਖ ਕੇ, ਪੂਰੀ ਦੁਨੀਆ ਦੀਆਂ ਸਿਚੁਏਸ਼ਨਸ ਨੂੰ ਸਮਝ ਕੇ ਕਿ ਅਸੀਂ ਮਿਕਸਡ ਇਕੋਨਮੀ ਵੱਲ ਜਾਣਾ ਹੈ, ਠੀਕ ਆ। ਹੁਣ ਮਿਕਸਡ ਇਕੋਨਮੀ ਵੀ ਇੰਡੀਆ ਦੀ ਸਿਰਫ ਕੈਪੀਟਲਿਜ਼ਮ ਤੇ ਕਮਿਊਨਿਜ਼ਮ ਦਾ ਮਿਕਸਚਰ ਨਹੀਂ, ਕੈਪੀਟਲਿਜ਼ਮ, ਕਮਿਊਨਿਜ਼ਮ ਤੇ ਤੀਜਾ ਗਾਂਧੀਅਨ, ਤਿੰਨਾਂ ਦਾ ਮਿਕਸਚਰ ਸੀਗਾ, ਤਿੰਨਾਂ ਦੀ ਬਲੈਂਡਿੰਗ ਸੀਗੀ ਜਿਹੜੀ ਇੰਡੀਆ ਦੀ ਇਕੋਨਮੀ ਸੀ। ਇਹ ਗੱਲ ਸਾਨੂੰ ਸਮਝ ਆ ਗਈ। ਉਸ ਤੋਂ ਵੀ ਅੱਗੇ ਸਾਨੂੰ ਇੱਕ ਗੱਲ ਹੋਰ ਸਮਝ ਆ ਗਈ ਕਿ ਇੰਡੀਆ ਦੀ ਉਸ ਟਾਈਮ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਸੀ ਉਹ USSR ਜਾਨੀ ਕਿ ਰਸ਼ੀਆ ਤੋਂ ਬੜੇ ਇਨਫਲੂਐਂਸਡ ਸੀ। ਇਸ ਕਰਕੇ ਉਹ ਆਪਣੀ ਇਕੋਨਮੀ ਦੇ ਵਿੱਚ ਨਾ ਜਿਹੜਾ ਕਮਿਊਨਿਜ਼ਮ ਤੇ ਸੋਸ਼ਲਿਜ਼ਮ ਵਾਲਾ ਕੰਟੈਂਟ ਆ ਉਹ ਜ਼ਿਆਦਾ ਰੱਖਣਾ ਚਾਹੁੰਦੇ ਸੀ। ਤੇ ਜਿਸ ਦੇਸ਼ 'ਚ ਵੀ ਸੋਸ਼ਲਿਸਟ ਇਕੋਨਮੀ ਹੁੰਦੀ ਆ ਉੱਥੇ ਦੇਸ਼ ਪਲੈਨਿੰਗ ਪੱਕਾ ਕਰਦੇ ਆ। ਪਲੈਨਿੰਗ ਮਤਲਬ 5 ਈਅਰ ਪਲਾਨ, 10 ਈਅਰ ਪਲਾਨ, 2 ਈਅਰ ਪਲਾਨ। ਉਹ ਇਕੋਨਮੀ ਪਲੈਨਿੰਗ ਤੇ ਬੇਸ ਤੇ ਹੁੰਦੀ ਹੈ। ਕਿਉਂ? ਸਾਰਾ ਕੁਝ ਸਰਕਾਰ ਦੇ ਕੰਟਰੋਲ 'ਚ ਹੁੰਦਾ ਹੈ ਤੇ ਸਰਕਾਰ ਪਹਿਲਾਂ ਹੀ ਪਲੈਨਿੰਗ ਕਰਕੇ ਚੱਲਦੀ ਹੈ ਕਿ ਅਸੀਂ ਅਗਲੇ 5 ਸਾਲਾਂ 'ਚ ਇਸ ਚੀਜ਼ ਤੇ ਖਰਚਾ ਕਰਾਂਗੇ। ਤਾਂ ਇੰਡੀਆ ਦਾ ਜਿਹੜਾ ਪਲੈਨਿੰਗ ਵਾਲਾ ਕਨਸੈਪਟ ਆ ਨਾ ਉਹ ਰਸ਼ੀਆ ਤੋਂ ਆਇਆ ਹੈ, ਜਾਣੀ ਕਿ ਇਹ ਸੋਸ਼ਲਿਸਟਿਕ ਮਾਡਲ 'ਚੋਂ ਨਿਕਲੀ ਹੋਈ ਚੀਜ਼ ਹੈ। ਹਾਂ, ਪ੍ਰਾਈਵੇਟ ਪਲੇਅਰਸ ਨੂੰ ਵੀ ਕਾਫੀ ਮੌਕਾ ਦਿੱਤਾ ਪਰ ਜ਼ਿਆਦਾ ਮੌਕਾ ਨਹੀਂ ਦਿੱਤਾ ਜਿੰਨਾ ਕਿ ਸਰਕਾਰ ਨੇ ਕੰਟਰੋਲ ਆਪਣੇ ਹੱਥ 'ਚ ਰੱਖਿਆ ਸੀਗਾ। ਤਾਂ ਇੰਡੀਆ 'ਚ ਪਲੈਨਿੰਗ ਦਾ ਕਨਸੈਪਟ ਆਇਆ ਕਿੱਥੋਂ? ਦੇਖੋ, ਸਭ ਤੋਂ ਪਹਿਲਾਂ ਜਦੋਂ ਬ੍ਰਿਟਿਸ਼ ਐਰਾ ਸੀ ਨਾ ਉਸ ਟਾਈਮ ਸਾਡੇ ਦੇਸ਼ ਦੇ ਜਿਹੜੇ ਇਕਨੋਮਿਸਟ ਸੀ ਉਹ ਆਪਣੇ ਲੈਵਲ ਤੇ ਕੁਝ ਵੀ ਨਹੀਂ ਸੀ ਕਰ ਪਾਉਂਦੇ। ਸਿਰਫ ਇੱਕ ਕੰਮ ਕਰਨ ਦੀ ਬਜਾਏ, ਅੰਗਰੇਜ਼ਾਂ ਨੂੰ ਕ੍ਰਿਟੀਸਾਈਜ਼ ਕਰਨ ਦੀ ਬਜਾਏ। 1850 ਤੋਂ ਪਹਿਲਾਂ ਤਾਂ ਕਿਸੇ ਨੇ ਇਹ ਅਹਿਸਾਸ ਵੀ ਨਹੀਂ ਕੀਤਾ ਕਿ ਸਾਨੂੰ ਅੰਗਰੇਜ਼ਾਂ ਦੀ ਇਕੋਨਮੀ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ ਹੈ, ਕਿਉਂਕਿ ਉਦੋਂ ਸਾਡੇ ਦੇਸ਼ 'ਚ ਵੀ ਰਾਜੇ ਰਜਵਾੜਿਆਂ ਦਾ ਦੌਰ ਸੀਗਾ, ਠੀਕ ਆ। ਪ੍ਰਿੰਸ ਸੀਗੇ, ਕਿੰਗ ਸੀਗੇ, ਉਹਨਾਂ ਨੇ ਕਦੀ ਪੰਗਾ ਲਿਆ ਨਹੀਂ, ਠੀਕ ਆ। ਉਹਨਾਂ ਨੂੰ ਲੱਗਿਆ ਕਿ ਅੰਗਰੇਜ਼ ਸਾਡੇ ਧਰਮ ਤੇ, ਸਾਡੇ ਸ਼ਾਸਨ ਤੇ ਹਮਲਾ ਕਰ ਰਹੇ ਆ। ਕਿਸੇ ਨੇ ਇਸ ਗੱਲ ਨੂੰ ਫੀਲ ਵੀ ਨਹੀਂ ਕੀਤਾ ਕਿ ਅੰਗਰੇਜ਼ ਸਾਡੀ ਇਕੋਨਮੀ ਨੂੰ ਐਕਸਪਲੋਇਟ ਕਰ ਰਹੇ, ਸਾਡੇ ਰਿਸੋਰਸਿਸ ਨੂੰ ਲੁੱਟ ਰਹੇ ਅੰਗਰੇਜ਼। 1850 ਤੋਂ ਬਾਅਦ ਜਾ ਕੇ ਥੋੜਾ ਥੋੜਾ ਅਹਿਸਾਸ ਹੋਇਆ ਤੇ ਫਿਰ ਸਾਡੇ ਦੇਸ਼ 'ਚ ਦਾਦਾ ਭਾਈ ਨਾਰੋਜੀ ਵਰਗੇ ਇਕਨੋਮਿਸਟ ਜਾਨੀ ਕਿ ਅਰਥ ਸ਼ਾਸਤਰੀ ਪੈਦਾ ਹੋਏ। ਦਾਦਾ ਭਾਈ ਨਾਰੋਜੀ ਜਿਹੜੇ ਸੀਗੇ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਬ੍ਰਿਟਿਸ਼ ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਠੀਕ ਆ। ਕਿ ਗਰੀਬੀ ਤੋਂ ਪਹਿਲਾਂ ਦਾ ਉਹ ਰੂਲ ਜਦੋਂ ਬ੍ਰਿਟਿਸ਼ ਸਾਡੇ ਦੇਸ਼ ਵਿੱਚ ਨਹੀਂ ਸਨ। ਤਾਂ ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਦਾਦਾ ਭਾਈ ਨਾਰੋਜੀ, ਜਿਨ੍ਹਾਂ ਨੂੰ ਕਿ ਗ੍ਰੈਂਡ ਓਲਡ ਮੈਨ ਆਫ ਇੰਡੀਆ ਵੀ ਕਹਿੰਦੇ ਆ, ਉਹਨਾਂ ਦੀ ਬੜੀ ਸ਼ਾਨਦਾਰ ਕਿਤਾਬ ਸੀ। ਉਹਦੇ 'ਚ ਉਹਨਾਂ ਨੇ ਇੱਕ ਗੱਲ ਦਾ ਬੜਾ ਵਧੀਆ ਕੰਪੈਰੀਜ਼ਨ ਕੀਤਾ ਕਿ ਪ੍ਰਤੀ ਵਿਅਕਤੀ ਇਨਕਮ ਜਾਨੀ ਕਿ ਪ੍ਰਤੀ ਵਿਅਕਤੀ ਤਨਖਾਹ ਜਾਨੀ ਕਿ ਪਰ ਕੈਪੀਟਾ ਇਨਕਮ ਇੰਡੀਆ ਦੇ ਲੋਕਾਂ ਦੀ ਤੇ ਬ੍ਰਿਟੇਨ ਦੇ ਲੋਕਾਂ ਦੀ 'ਚ ਕਿੰਨਾ ਜ਼ਿਆਦਾ ਫਰਕ ਆ। ਉਹਨਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਪਰ ਕੈਪੀਟਾ ਇਨਕਮ ਨੂੰ ਆਪਸ 'ਚ ਕੰਪੇਅਰ ਕੀਤਾ। ਉਹਨਾਂ ਨੇ ਹੋਰ ਵੀ ਬਹੁਤ ਕੁਝ ਕੀਤਾ ਉਸ ਕਿਤਾਬ 'ਚ। ਉਹਨਾਂ ਨੇ ਪਹਿਲੀ ਵਾਰ ਇਸ ਦੇਸ਼ ਨੂੰ ਦੱਸਿਆ ਕਿ ਗਰੀਬੀ ਰੇਖਾ ਕੀ ਹੁੰਦੀ ਆ, ਵਾਟ ਇਜ਼ ਪੋਵਰਟੀ ਲਾਈਨ। ਪੋਵਰਟੀ ਲਾਈਨ ਬਾਰੇ ਦੱਸਿਆ। ਇਹ ਵੀ ਦੱਸਿਆ ਕਿ ਅੰਗਰੇਜ਼ ਸਾਡੇ ਦੇਸ਼ 'ਚੋਂ ਇਹ ਇੰਨਾ ਖਜ਼ਾਨਾ ਕਿਵੇਂ ਲੁੱਟ ਕੇ ਲੈ ਕੇ ਗਏ। ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀ ਹੋਮ ਚਾਰਜਿਸ, ਕਿ ਅੰਗਰੇਜ਼ ਆਪਣਾ ਘਰ ਕਿਵੇਂ ਭਰ ਗਏ ਸਾਡੇ ਪੈਸੇ ਤੋਂ, ਕਿਵੇਂ ਹਰ ਇੱਕ ਚੀਜ਼ ਹੋਮ ਚਾਰਜ ਦੇ ਨਾਮ ਤੇ। ਕੀ ਕਹਿੰਦੇ ਆ ਕਿ ਅਸੀਂ ਇੰਡੀਆ 'ਚ ਆਹ ਕੁਝ ਸਵਾਰਤਾ, ਅਸੀਂ ਇੰਡੀਆ ਦਾ ਫਾਇਦਾ ਕਰਤਾ, ਇਸ ਕਰਕੇ ਅਸੀਂ ਇਹ ਪੈਸੇ ਲੈ ਕੇ ਜਾ ਰਹੇ ਹਾਂ। ਹੋਮ ਚਾਰਜਿਸ ਦੇ ਨਾਮ ਤੇ ਇੰਡੀਆ 'ਚੋਂ ਕਿੰਨੇ ਪੈਸੇ ਅੰਗਰੇਜ਼ ਲੈ ਕੇ, ਇਹ ਵੀ ਉਹਨਾਂ ਨੇ ਦੱਸਿਆ। ਗਰੀਬੀ ਰੇਖਾ ਪੋਵਰਟੀ ਲਾਈਨ ਬਾਰੇ ਉਹਨਾਂ ਨੇ ਦੱਸਿਆ। ਦੋਵਾਂ ਦੇਸ਼ਾਂ ਦੇ ਲੋਕਾਂ ਦੀ ਪਰ ਕੈਪੀਟਾ ਇਨਕਮ ਨੂੰ ਉਹਨਾਂ ਨੇ ਕੰਪੇਅਰ ਕੀਤਾ। ਉਹਨਾਂ ਦੇ ਸਮੇਂ ਹੀ ਰੋਮੇਸ਼ ਚੰਦ ਦੱਤ, RC ਦੱਤ, ਇੱਕ ਬਹੁਤ ਸੀਨੀਅਰ ਇਕਨੋਮਿਸਟ ਸੀਗੇ। ਉਹਨਾਂ ਨੇ ਦਾ ਇਕਨੋਮਿਕ ਹਿਸਟਰੀ ਆਫ ਇੰਡੀਆ ਨਾਮ ਦੀ ਕਿਤਾਬ ਲਿਖੀ, ਠੀਕ ਆ। ਤਾਂ ਉਹ ਵੀ ਬੜੀ ਮਸ਼ਹੂਰ ਹੋਈ। ਉਹਨਾਂ ਨੇ ਵੀ ਅੰਗਰੇਜ਼ਾਂ ਨੂੰ ਉਸ ਕਿਤਾਬ 'ਚ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਕੀਤਾ। ਉਸ ਤੋਂ ਬਾਅਦ ਇੱਕ ਸ਼ਖਸ ਹੋਰ ਪੈਦਾ ਹੋਏ, ਸੁਬਰਾਮਨੀਅਮ ਅਈਅਰ। ਉਹਨਾਂ ਦੀ ਕਿਤਾਬ ਦਾ ਨਾਮ ਤਾਂ ਸੌਰੀ ਮੈਂ ਦਿਮਾਗ 'ਚੋਂ ਸਕਿਪ ਕਰ ਗਿਆ, ਠੀਕ ਆ। ਹੋ ਸਕੇ ਤਾਂ ਜੇ ਤੁਹਾਡੇ 'ਚੋਂ ਕਿਸੇ ਨੂੰ ਯਾਦ ਹੋਵੇ ਤਾਂ ਤੁਸੀਂ ਜ਼ਰੂਰ ਇੱਕ ਵਾਰੀ ਦੇਖ ਲਿਓ। 1870-80 ਦੇ ਗੇੜ 'ਚ ਸੁਬਰਾਮਨੀਅਮ ਅਈਅਰ ਨੇ ਇੱਕ ਕਿਤਾਬ ਲਿਖੀ
ਉਹ ਵੀ ਇਕਨੋਮੀ ਨਾਲ ਰਿਲੇਟਡ। ਅੰਗਰੇਜ਼ਾਂ ਦੀ ਇਕਨੋਮੀ ਨੂੰ ਕਾਫੀ ਕ੍ਰਿਟੀਸਾਈਜ਼ ਕੀਤਾ ਉਹਨਾਂ ਨੇ, ਬਟ ਉਹ ਸਾਊਥ ਇੰਡੀਅਨ ਸੀਗੇ। ਫਿਰ ਉਹਨਾਂ ਦੇ 1878 1878 'ਚ ਇੱਕ ਨਿਊਜ਼ਪੇਪਰ ਸਪੈਸ਼ਲੀ ਅੰਗਰੇਜ਼ਾਂ ਨੂੰ ਕ੍ਰਿਟੀਸਾਈਜ਼, ਉਹਨਾਂ ਦੀਆਂ ਪਾਲਿਸੀਜ਼ ਨੂੰ ਕਹਿ ਲਓ ਕਿ ਉਹਨਾਂ ਦੇ ਪਾਲਿਸੀਜ਼ ਦੇ ਐਕਸਪੋਜ਼ਰ ਲਈ ਕਿ ਕਿਵੇਂ ਅੰਗਰੇਜ਼ ਸਾਨੂੰ ਲੁੱਟਦੇ ਆ, ਉਹ ਉਹਨਾਂ ਨੇ ਇੱਕ ਨਿਊਜ਼ਪੇਪਰ ਚਲਾਇਆ, ਨਾਮ ਸੀਗਾ ਦਾ ਹਿੰਦੂ। ਤਾਂ ਉਹਨਾਂ ਦੀ ਇੱਕ ਕਿਤਾਬ ਜਿਹੜੀ ਕਿ ਮੇਰੇ ਦਿਮਾਗ 'ਚੋਂ ਸਕਿਪ ਹੋ ਗਈ, ਤੇ ਇੱਕ ਨਿਊਜ਼ਪੇਪਰ ਜਿਹੜਾ ਉਹਨਾਂ ਨੇ ਚਲਾਇਆ, ਠੀਕ ਆ, ਉਹ ਇਸ ਕੰਮ ਆਇਆ। ਉਸ ਤੋਂ ਬਾਅਦ 1900 ਤੋਂ ਬਾਅਦ ਫਿਰ ਹੋਰ ਨਵੇਂ ਇਕਨੋਮਿਸਟ ਹੋਰ ਆਏ, ਜਿਨ੍ਹਾਂ 'ਚ ਇੱਕ ਨਾਮ ਸੀਗਾ ਗੋਪਾਲ ਕ੍ਰਿਸ਼ਨ ਗੋਖਲੇ। ਕੀ ਨਾਮ ਸੀ? ਗੋਪਾਲ ਕ੍ਰਿਸ਼ਨ ਗੋਖਲੇ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਨਾਲ ਮਿਲ ਕੇ ਇੰਡੀਅਨਸ ਦੀ ਇਕਨੋਮਿਕ ਹਾਲਤ ਨੂੰ ਸੁਧਾਰਨ ਵਾਸਤੇ ਕਈ ਸੁਝਾਅ ਦਿੱਤੇ। ਠੀਕ ਆ, ਬੜੇ ਸਿਆਣੇ ਸ਼ਖਸ ਸੀਗੇ ਗੋਪਾਲ ਕ੍ਰਿਸ਼ਨ ਗੋਖਲੇ। ਮਹਾਤਮਾ ਗਾਂਧੀ ਉਹਨਾਂ ਨੂੰ ਆਪਣੇ ਪੋਲੀਟੀਕਲ ਗੁਰੂ ਦੇ ਤੌਰ ਤੇ ਮੰਨਦੇ ਸੀ। ਉਸ ਤੋਂ ਬਾਅਦ ਅਗਲੇ ਇਕਨੋਮਿਸਟ ਹੋਰ ਆਏ, ਫਿਰੋਜ਼ ਸ਼ਾਹ ਮਹਿਤਾ। ਫਿਰੋਜ਼ ਸ਼ਾਹ ਮਹਿਤਾ ਉਹ ਸ਼ਖਸ ਸੀਗੇ ਜਿਨ੍ਹਾਂ ਨੇ ਸਾਡੇ ਦੇਸ਼ 'ਚ ਪਹਿਲੀ ਵਾਰ ਕਿਸੇ ਕੰਪਲੀਟਲੀ ਇੰਡੀਅਨਾਈਜ਼ਡ ਬੈਂਕ ਦੀ ਸਥਾਪਨਾ ਕੀਤੀ 1911 'ਚ, ਸੈਂਟਰਲ ਬੈਂਕ ਆਫ ਇੰਡੀਆ 1911 'ਚ ਉਹ ਉਹਨਾਂ ਨੇ ਬਣਾਇਆ। ਉਸ ਤੋਂ ਪਹਿਲਾਂ ਇੰਡੀਆ 'ਚ PNB, ਪੰਜਾਬ ਐਂਡ ਸਿੰਧ ਬੈਂਕ ਵਰਗੇ ਬੈਂਕ ਬਣ ਗਏ ਸੀ, ਬਟ ਉਹਦੇ 'ਚ ਕਿਤੇ ਨਾ ਕਿਤੇ ਬਾਹਰਲੇ ਲੋਕਾਂ ਦਾ ਯੋਗਦਾਨ ਸੀ। ਇੱਕ ਇਹੋ ਜਿਹਾ ਬੈਂਕ ਜਿਸ 'ਚ ਇੰਪਲੋਏ ਤੋਂ ਲੈ ਕੇ ਉੱਪਰਲੇ ਅਫਸਰ ਤੇ ਸਾਰਾ ਪੈਸਾ, ਸਾਰੀ ਫੰਡਿੰਗ, ਸਭ ਕੁਝ ਇੰਡੀਅਨਾਈਜ਼ਡ ਹੋਵੇ, ਉਹ ਪਹਿਲਾ ਬੈਂਕ ਸੀ ਸੈਂਟਰਲ ਬੈਂਕ ਆਫ ਇੰਡੀਆ। 1911 'ਚ ਬੰਬੇ 'ਚ ਸਟੈਬਲਿਸ਼ ਕੀਤਾ ਗਿਆ, ਉਹ ਫਿਰੋਜ਼ ਸ਼ਾਹ ਮਹਿਤਾ ਨੇ ਕੀਤਾ। ਉਸ ਤੋਂ ਬਾਅਦ ਸਾਡੇ ਦੇਸ਼ 'ਚ ਉਹ ਅਰਥ ਸ਼ਾਸਤਰੀ ਆਏ ਜਿਨ੍ਹਾਂ ਨੇ ਫਿਰ ਅੰਗਰੇਜ਼ਾਂ ਨੂੰ ਸਿੱਧੀਆਂ ਖਰੀਆਂ ਸੁਣਾਈਆਂ। ਸੁਭਾਸ਼ ਚੰਦਰ ਬੋਸ। ਸੁਭਾਸ਼ ਚੰਦਰ ਬੋਸ ਜਿਹੜੇ ਸੀਗੇ ਉਹ ਅੰਗਰੇਜ਼ਾਂ ਦੇ ਬਹੁਤ ਵੱਡੇ ਵਿਰੋਧੀ ਰਹੇ ਆ। ਠੀਕ ਆ, ਪੰਡਿਤ ਜਵਾਹਰ ਲਾਲ ਨਹਿਰੂ ਇੱਕ ਬਹੁਤ ਸ਼ਾਨਦਾਰ ਇਕਨੋਮਿਸਟ ਸੀਗੇ। ਉਹਨਾਂ ਨੇ ਵੀ ਅੰਗਰੇਜ਼ਾਂ ਦੀ ਇਕਨੋਮੀ ਨੂੰ, ਅੰਗਰੇਜ਼ਾਂ ਦੀਆਂ ਪਾਲਿਸੀਜ਼ ਨੂੰ, ਅੰਗਰੇਜ਼ਾਂ ਦੀਆਂ ਇਕਨੋਮਿਕ ਪਾਲਿਸੀਜ਼ ਨੂੰ ਸਪੈਸ਼ਲੀ ਬਹੁਤ ਕ੍ਰਿਟੀਸਾਈਜ਼ ਕੀਤਾ। ਉਸ ਤੋਂ ਬਾਅਦ ਮੈਂ ਨਾਮ ਲਊਂਗਾ, ਇੱਕ ਨਾਮ ਹੋਰ ਬੜਾ ਮਸ਼ਹੂਰ ਹੋਇਆ ਇਹਨਾਂ ਟਾਈਮਾਂ 'ਚ, BR ਅੰਬੇਦਕਰ, ਜਿਨ੍ਹਾਂ ਨੇ ਉਸ ਟਾਈਮ ਦੇ ਬੜੇ ਮਸ਼ਹੂਰ ਅਰਥ ਸ਼ਾਸਤਰੀ ਜੌਨ ਕੇਨਸ ਨਾਲ ਮੱਥਾ ਮਾਰ ਲਿਆ। ਉਹਨਾਂ ਨੇ ਕਿਹਾ ਕਿ ਜੌਨ ਕੇਨਸ ਜਿਹੜੀ ਇਕਨੋਮਿਕਸ ਦੀਆਂ ਥਿਊਰੀਆਂ ਦੇ ਰਿਹਾ ਹੈ ਉਹ ਪੂਰੇ ਤਰੀਕੇ ਨਾਲ ਸੱਚ ਨਹੀਂ ਗਈਆਂ। ਬਸ ਆਕਸਫੋਰਡ ਯੂਨੀਵਰਸਿਟੀ ਨੇ ਉਹਨਾਂ ਦੀ ਗੱਲ ਇਸ ਕਰਕੇ ਮੰਨਣ ਤੋਂ ਨਾ ਕਰਤੀ ਕਿ ਉਸ ਟਾਈਮ ਜੌਨ ਕੇਨਸ ਉੱਥੋਂ ਦੇ HOD ਸੀਗੇ ਤੇ ਉਸ ਟਾਈਮ ਉੱਥੇ PhD ਕਰ ਰਹੇ ਸੀ BR ਅੰਬੇਦਕਰ, ਤੇ ਇੱਕ ਅਨਨੋਨ ਜਿਹੇ ਬੰਦੇ ਵਾਸਤੇ ਉਹ ਐਡੇ ਤਗੜੇ ਪ੍ਰੋਫੈਸਰ ਨੂੰ ਰਸਾਉਣਾ ਨਹੀਂ ਸੀ ਚਾਹੁੰਦੇ। ਤਾਂ BR ਅੰਬੇਦਕਰ ਬਹੁਤ ਸੀਨੀਅਰ ਇਕਨੋਮਿਸਟਾਂ 'ਚੋਂ ਰਹੇ ਇੱਕ। ਠੀਕ ਹੈ, ਤਾਂ ਇਹ ਕੁਝ ਲੋਕ ਸੀਗੇ ਜਿਹੜੇ ਇੰਡੀਅਨ ਸੀ। ਇੱਕ ਨਾਮ ਹੋਰ ਬੜਾ ਮਸ਼ਹੂਰ ਹੁੰਦਾ ਹੈ, ਉਹ ਵਿਚਾਰਾ ਬਣਿਆ ਤਾਂ ਇੰਜੀਨੀਅਰ ਸੀ, ਬਟ ਇੰਜੀਨੀਅਰਿੰਗ ਵਾਲਿਆਂ ਦੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਆ ਕਿ ਉਹ ਇੰਜੀਨੀਅਰਿੰਗ ਛੱਡ ਕੇ ਸਭ ਕੁਝ ਕਰ ਲੈਂਦੇ ਆ। ਤਾਂ M ਵਿਸ਼ਵੇਸ਼ਵਰਿਆ ਇੰਡੀਆ 'ਚ ਫਾਦਰ ਆਫ ਪਲੈਨਡ ਇਕਨੋਮੀ ਦੇ ਨਾਮ ਨਾਲ ਜਾਣੇ ਜਾਂਦੇ ਆ। ਉਹਨਾਂ ਦੀ ਕਿਤਾਬ ਸੀ ਪਲੈਨਡ ਇਕਨੋਮੀ ਆਫ ਇੰਡੀਆ। M ਵਿਸ਼ਵੇਸ਼ਵਰਿਆ ਨੇ ਪਹਿਲੀ ਵਾਰ ਇੰਡੀਆ 'ਚ ਕਿਸੇ ਪ੍ਰਕਾਰ ਦੀ ਪਲੈਨਡ ਇਕਨੋਮੀ ਦਾ ਜ਼ਿਕਰ ਕੀਤਾ ਸੀ ਆਪਣੀ ਕਿਤਾਬ 'ਚ, ਤੇ ਉਹਨਾਂ ਨੂੰ ਅਸੀਂ ਮਤਲਬ ਕਿ ਉਹਨਾਂ ਦੇ ਨਾਮ ਤੇ ਅਸੀਂ ਸ਼ਾਇਦ ਇੰਜੀਨੀਅਰਸ ਡੇ ਵੀ ਮਨਾਉਂਦੇ ਆ। ਠੀਕ ਹੈ, M ਵਿਸ਼ਵੇਸ਼ਵਰਿਆ ਤਾਂ ਪਲੈਨਡ ਇਕਨੋਮੀ ਆਫ ਇੰਡੀਆ ਨਾਮ ਦੀ ਕਿਤਾਬ ਉਹ ਲਿਖਦੇ ਆ। ਤਾਂ ਪਹਿਲੀ ਵਾਰ ਸਾਡੇ ਦੇਸ਼ 'ਚ ਪਲੈਨਡ ਇਕਨੋਮੀ ਦਾ ਕਨਸੈਪਟ ਉਹੀ ਦੇ ਕੇ ਆਉਂਦੇ ਆ ਕਿ ਇੰਡੀਆ ਦੇ ਵਿੱਚ ਜਿਹੜੀ ਇਕਨੋਮੀ ਆ ਨਾ, ਇੰਡੀਆ ਦੀ ਇਕਨੋਮੀ ਆ, ਉਹ 5 ਈਅਰ ਪਲਾਨ, 10 ਈਅਰ ਪਲਾਨ ਜਾਂ 15 ਸਾਲਾਂ ਦੇ ਪਲਾਨ ਦੇ ਬੇਸਡ ਹੋਣੀ ਚਾਹੀਦੀ ਹੈ। ਇਹ ਪਹਿਲੀ ਵਾਰ ਉਹਨਾਂ ਨੇ ਹੀ ਇਹ ਸ਼ਗੂਫਾ ਛੱਡਿਆ ਸੀ। ਉਸ ਤੋਂ ਬਾਅਦ ਫਿਰ ਇੱਕ ਸਾਲ ਆਉਂਦਾ ਹੈ 1938। ਕਿਹੜਾ ਸਾਲ ਆਉਂਦਾ ਹੈ? 1938। 1938 ਦੇ ਵਿੱਚ ਸਾਡਾ ਦੇਸ਼ ਹਜੇ ਆਜ਼ਾਦ ਹੋਣ 'ਚ 10 ਸਾਲ ਪਏ ਹੁੰਦੇ ਆ। ਪਹਿਲੀ ਗੱਲ ਇਹ ਦੱਸੋ ਕਿ ਪਲੈਨਿੰਗ ਦਾ ਕਨਸੈਪਟ ਮਤਲਬ ਸਮਝ ਆ ਗਿਆ? ਠੀਕ ਆ, 1938 ਦੇ ਵਿੱਚ ਹਜੇ ਦੇਸ਼ ਦੀ ਆਜ਼ਾਦੀ 'ਚ 10 ਸਾਲ ਪਏ ਸੀਗੇ। ਪੰਡਿਤ ਜਵਾਹਰ ਲਾਲ ਨਹਿਰੂ ਤੇ ਸੁਭਾਸ਼ ਚੰਦਰ ਬੋਸ ਦੋਵੇਂ ਮਿਲ ਕੇ ਇੱਕ ਨੈਸ਼ਨਲ ਪਲੈਨਿੰਗ ਕਮੇਟੀ ਬਣਾਉਂਦੇ ਆ। ਇੱਕ ਉਹਦਾ ਚੇਅਰਮੈਨ ਬਣਦਾ ਹੈ ਤੇ ਇੱਕ ਪ੍ਰੈਜ਼ੀਡੈਂਟ ਬਣਦਾ ਹੈ। ਠੀਕ ਆ, ਤਾਂ ਇਹ ਦੋਵੇਂ ਮਿਲ ਕੇ ਨੈਸ਼ਨਲ ਪਲੈਨਿੰਗ ਕਮੇਟੀ ਬਣਾਉਂਦੇ ਆ। ਇਸ ਨੈਸ਼ਨਲ ਪਲੈਨਿੰਗ ਕਮੇਟੀ ਦਾ ਮਕਸਦ ਸੀਗਾ ਕਿ ਸਾਡੇ ਦੇਸ਼ 'ਚ ਆਉਣ ਵਾਲੇ ਸਮੇਂ 'ਚ ਕਿਵੇਂ ਪਲੈਨਿੰਗ ਕਰਕੇ ਦੇਸ਼ ਨੂੰ ਚਲਾਇਆ ਜਾਵੇ। ਤਾਂ ਨੈਸ਼ਨਲ ਪਲੈਨਿੰਗ ਕਮੇਟੀ ਦਾ ਗਠਨ ਦੇਸ਼ ਦੀ ਆਜ਼ਾਦੀ ਤੋਂ ਵੀ 9 ਸਾਲ ਪਹਿਲਾਂ ਹੋ ਚੁੱਕਿਆ ਸੀਗਾ। ਠੀਕ ਆ, ਦੋ ਜਣੇ ਮੇਨ ਫਾਊਂਡਰ ਸੀ ਉਹਦੇ, ਸੁਭਾਸ਼ ਚੰਦਰ ਬੋਸ ਤੇ ਪੰਡਿਤ ਜਵਾਹਰ ਲਾਲ ਨਹਿਰੂ। ਤਾਂ ਇਹ ਸੀ ਪਲੈਨਿੰਗ ਦਾ ਕਨਸੈਪਟ। ਇਟ ਮੀਨਸ ਇਹ ਤਾਂ ਓਬਵੀਅਸ ਇੱਥੋਂ ਪਤਾ ਲੱਗ ਗਿਆ ਸਾਨੂੰ ਕਿ ਜਦੋਂ ਸਾਡੇ ਦੇਸ਼ ਨੇ 1947 'ਚ ਆਜ਼ਾਦ ਹੋਣਾ ਸੀ ਤਾਂ ਅਸੀਂ 5 ਈਅਰ ਪਲਾਨ ਤਾਂ ਬਣਾਉਣੇ ਹੀ ਬਣਾਉਣੇ ਸੀ। ਅਸੀਂ ਤਾਂ ਆਜ਼ਾਦੀ ਤੋਂ ਪਹਿਲਾਂ ਹੀ 5 ਈਅਰ ਪਲਾਨ ਕਿਵੇਂ ਦੇ ਹੋਣਗੇ ਉਹਨਾਂ ਤੇ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਸੀ। ਪਲੈਨਿੰਗ ਸਾਡੇ ਦੇਸ਼ ਦੀ ਇਕਨੋਮੀ ਨੂੰ ਚਲਾਉਣ ਵਾਸਤੇ ਪਹਿਲਾਂ ਹੀ ਮਾਈਂਡ 'ਚ ਸੈੱਟ ਹੋ ਗਈ ਸੀ ਕਿ ਹਾਂ ਪਲੈਨਿੰਗ ਤਾਂ ਕਰਨੀ ਹੀ ਕਰਨੀ ਆ।
ठीक है। हुण सब तो पहली गल प्लैनिंग की आ ते साडे देश च 5 ईयर प्लैनस किवें बने, इनू पढ़न तो बाद हुण असीं समझदे हां कि प्लैनिंग बेसिकली हुंदी की है। ठीक है, सब तो पहला 2-3 टाइप की प्लैनिंग जिहड़ी आ बहुत ज़्यादा मशहूर आ। ठीक है, जिवें एक प्लैनिंग हुंदी है डायरैक्शनल प्लैनिंग। बेसिकली डायरैक्शनल प्लैनिंग च इह हुंदा है कि जिहड़े गोल्स ने वो पहला ही सैट कर ले जान। जिवें सपोज करो सानू किसी ने कहता कि अगले 5 साल योजना का 5 ईयर प्लैन दे विच तुसीं 7.5% के हिसाब नाल ग्रो करना है। 7.5% के हिसाब नाल तुसीं अगले 5 सालों च ग्रो करना है। इट मीनस तुसीं अपने आप नूं पहला ही एक डायरैक्शन दे ली। दिस इज़ कॉल्ड डायरैक्शनल प्लैनिंग। उस तो बाद हुंदा अपने कोल कि प्लैनिंग बाय इंड्यूसमेंट। बेसिकली इहदे च की हुंदा है कि जिहड़ी सरकार हुंदी आ वो तुहाडे देश दा सारी जिहड़ी कोर इंडस्ट्री आ जदों उन्नू अपनी निगरानी च रख के प्लैनिंग करे तो उन्नू कहंदे आ प्लैनिंग बाय इंड्यूसमेंट। फिर उस तो बाद हुंदी आ परस्पैक्टिव प्लैनिंग। परस्पैक्टिव प्लैनिंग दा मतलब हुंदा है परस्पैक्टिव प्लैनिंग दा वो प्लैनिंग जिहड़ी बहुत वड्डे लंबे समय वास्ते कीती जावे, 15 सालां दी 20 सालां दी। तुसीं एक गल देखो, तुहानूं पता पहलां साडे देश च 5 ईयर प्लैन चलते सीगे, पर हुण नीति आयोग आ गया। नीति आयोग 5 ईयर प्लैन ते काम नहीं करता। 20 ईयर एजेंडा, 25 ईयर एजेंडा। जदों प्लैनिंग 20 साली 25 साली हो जाए तो वो इस कैटेगरी की प्लैनिंग बनती है। उस तो बाद अगली प्लैनिंग जिहड़ी बहुत मशहूर आ दैट इज़ इंडिकेटिव प्लैनिंग। किहड़ी आ? इंडिकेटिव प्लैनिंग। ठीक है, इंडिकेटिव प्लैनिंग की हुंदी है? देखो दो गल्लां दियां हुंदियां, एक हुंदी अपने कोल इंपैरेटिव प्लैनिंग, एक हुंदी है इंडिकेटिव प्लैनिंग। इंपैरेटिव प्लैनिंग ते इंडिकेटिव प्लैनिंग च मोटे तौर पर की फर्क आ? जदों तां साडे देश दे सारे रिसोर्सिस सरकार दे होण, सरकारी होण ते सरकार खुद प्रोडक्शन दे विच रोल अदा करे, जदों सरकार खुद प्रोडक्शन करे, सरकार खुद इकोनॉमी नूं ड्राइव करे, उन्नू तां कहंदे आ इंपैरेटिव प्लैनिंग। 1950 तो लैके 1990 तक साडे देश की 5 ईयर प्लैनिंग इंपैरेटिव सीगी। सारा कुछ सरकारी सी। 17 सैक्टर इहो ਜਿਹੇ ਸੀ इंडस्ट्री ਦੇ ਜਿਹੜੇ सेंटर सरकार के कंट्रोल च ਸੀਗੇ, जिन्हां ਦੇ ਲਾਇਸੈਂਸ सेंटर सरकार तो ਲੈਣੇ ਪੈਂਦੇ ਸੀ। 8 सैक्टर इहो किहड़े 17 सैक्टर? रेलवे, कोल, फलाना ढमकाना। 8 सैक्टर इहो ਜਿਹੇ ਸੀ। 8 सैक्टर वो सी इंडस्ट्रीज़ दे जिन्हां दे लाइसेंस स्टेट गौरमेंट तो लैणे पैंदे सी, जां जिहड़े स्टेट गौरमेंट दे अंडर सी लाइसेंस सेंटर तो ही लैणे पैंदे सी, बट उन्हां दे कंट्रोल किहड़ियां गौरमेंट्स दा सी? स्टेट गौरमेंट्स दा। कुछ गिणवे चुणवे जे सैक्टर सीगे जिन्हां वास्ते लाइसेंस लैना, मतलब कि कुछ चीज़ां इहो जिहियां सी सॉरी जिहड़ियां सेंटर सरकार बनाउंदी सी। 17 सैक्टर। 8 सैक्टर इहो ਜਿਹੇ ਸੀ जिन्हां च प्रोडक्शन स्टेट गौरमेंट करदी सी, ਤੇ बचे हुए सैक्टर जिन्हां च प्राइवेट लोगों को परमिशन मिली सी काम करन दी कि तुसीं इदां करो। कुर्सियां बनाउण दा काम जिहड़ा है, लक्कड़ दा काम, वो आपां नूं मिली सी परमिशन, पर ਉਹਦੇ ਚ भी एक पंगा सीगा कि तुसीं लाइसेंस लओगे फिर काम कर सकते हो। तो किन्नी ज़्यादा सरकार के कंट्रोल च जदों इकोनॉमी होवे उन्नू कहंदे आ इंपैरेटिव प्लैनिंग। किहड़ी? इंपैरेटिव प्लैनिंग। पर 1990 तक सरकार नूं पता लग गया कि हर काम सरकार नहीं कर सकती, सरकार इकोनॉमी नूं चला नहीं सकती। हाँ, सरकार सिर्फ एक काम कर सकती है, इकोनॉमी ते निगरानी रखे। सरकार की करे? सिर्फ इकोनॉमी ते निगरानी रखे, सिर्फ रेगूलेट करे। सरकार इदा ना करे कि बई प्राइवेट सैक्टर प्राइवेट प्लेयर्स नूं ये ना कहे कि तुसी टैलीफोन की कंपनियां च आ नहीं सकते, मोबाइल च आ नहीं सकते, तुसी सिम या तुसी सर्विसिज नहीं दे सकते। सरकार सिर्फ एक एजेंसी बनावे, जिहड़ी कंपनी गलत करे उहदे ते फाइन पाउण वास्ते। 1990 तो बाद भारत ने कराया भी एवें ही है। हुण मैनूं एक गल दसो, सरकार किसी प्राइवेट प्लेयर नूं बैंक बनाउण तो रोकदी है? नहीं, सिर्फ रेगूलेट करने वास्ते किहनूं बुलाया होया है? RBI। सरकार शेयर मार्केट च किसी नूं आउण तो रोकदी है? नहीं, सिर्फ रेगूलेट करने वास्ते किहनूं बना रखिया है? SEBI नूं। सरकार टैलीकॉम सैक्टर च किसी नूं आउण तो रोकदी है? नहीं, सिर्फ रेगूलेट करने वास्ते की बना रखिया है? ट्राई। सरकार फिल्मां च किसी नूं आउण तो रोकदी है कि जां कल्ला दूरदर्शन ही फिल्मां बनाउंदा है? नहीं, प्राइवेट प्लेयर भी बनाउंदे आ। बस सरकार ने सेंट्रल बोर्ड ऑफ फिल्म सर्टिफिकेशन बना रखिया रेगूलेशन वास्ते। जदों सरकार कल्ली निगरानी रखे, रेगूलेट करे, इंडीकेट करे, इशारे करे ते आप विच इंटरफेयर ना करे, उस टाइप की इकोनॉमी नूं कहंदे आ। किहड़ी इकोनॉमी है जी? इंडीकेटिव इकोनॉमी। किहड़ी?
इंडिकेटिव कि सिर्फ सरकार इशारे पर करे। फिर आ गई डेमोक्रेटिक प्लैनिंग। डेमोक्रेटिक प्लैनिंग का मतलब होंदा कि जदों प्लैन लोकां दे हिसाब नाल 5 ईयर प्लैनिंग होवे जां कुछ भी प्लैनिंग होवे पर लोकां नूं मद्देनज़र रख के प्लैनिंग कीती जावे, उहनूं डेमोक्रेटिकाइज्ड प्लैनिंग कहंदे आ। एक हुंदी आ फिक्स्ड प्लैनिंग, एक सेंट्रलाइज्ड प्लैनिंग ते एक डीसेंट्रलाइज्ड प्लैनिंग। सेंट्रलाइज्ड प्लैनिंग वो हुंदी आ जदों प्लैनिंग पूरे देश की इक्को टाइप की होवे, उहनूं कहंदे आ सेंट्रलाइज्ड प्लैनिंग। ते डीसेंट्रलाइज्ड प्लैनिंग वो हुंदी आ जदों एक स्टेट च 20-25 स्टेटां ने, एक देश च 20-25 स्टेटां है, हर स्टेट वास्ते वक्रो वक्री प्लैनिंग, उहनूं कहंदे आ डीसेंट्रलाइज्ड प्लैनिंग। ठीक है, तो सेंट्रलाइज्ड भी पता लग गई, डीसेंट्रलाइज्ड प्लैनिंग भी पता लग गई सानू। उस तो बाद अगली प्लैनिंग आ जाती है अपने कोल बेसिकली फिक्स परस्पैक्टिव फिजिकल प्लैनिंग। फिजिकल प्लैनिंग की हुंदी है? फिजिकल प्लैनिंग वो हुंदी है जदों एक देश की सरकार इंडस्ट्रीज नूं अपने कंट्रोल च रखे। किनू? फिजिकल एसेट्स। की हुंदियां फिजिकल एसेट्स? इंडस्ट्री फिजिकल एसेट हुंदी है जदों इस देश की सरकार फिजिकल एसेट्स नूं अपने कंट्रोल च रखे कि हाँ ये संपत्ति साडी है, उहनूं फिजिकल प्लैनिंग कहंदे आ। जिवें स्पैशली तुहानूं मैं दसदा, साडे देश 1956 च एक पॉलिसी आई सी 1956 च कि अगले 5 सालां जां हुण तो बाद सारियां इंडस्ट्री सरकार दी, जदों सरकार इंडस्ट्री जां फिजिकल एसेट्स दे नूं अपने कंट्रोल च रख के प्लैनिंग करे, उहनूं फिजिकल प्लैनिंग कहंदे आ। जदों सरकार मनी सप्लाई नूं, पैसे नूं अपने हत्थ च रख के अपने कंट्रोल च रख के प्लैनिंग करे, उहनूं फाइनैंशियल प्लैनिंग कहंदे आ। गल समझ आ गई? फिजिकल प्लैनिंग दी सब तो तगड़ी जींदी जागदी एग्जांपल आ सैकेंड 5 ईयर प्लैन। जदों इंडस्ट्रीज दे लाइसेंस दिते गए ते सरकार ने कहा कि 17 सैक्टर इहो जिहे ने इंडस्ट्री दे जिहदी सेंटर सरकार दे अंडर रहणगे, जिन्ना ते काम सिर्फ सेंटर सरकार करूगी। और जदों तुसी देश दे फिजिकल एसेट्स तो ही कंट्रोल करोगे तो फिजिकल प्लैनिंग का ही एक पार्ट हो जाऊगा। आ समझ आ गई है गल? उम्मीद करदा कि हर टाइप की प्लैनिंग जिहड़ी आ, बाकी देखो ये गल क्लीयर आ। हुण जदों तुसी अगे जाके वो करोगे, मतलब कि MCQs कल आपां करांगे इहदे, ठीक आ। MCQs करते हुए आपां नूं एक गल समझ आऊगी कि हाँ किते ना किते कि कुछ ना कुछ सीगा जिहड़ा कि साडा सानू समझ आ गया कि हाँ पेपर 'च सवाल किवें आउंदा है। हुण आपां पहले 2 चैप्टर्स जिहड़े सीगे, जदों आपां चैप्टर पढ़े आ उदों अपना एक्सपीरियंस होर सी, जदों असीं उन्हां दे MCQs करे आ पहले 2 चैप्टर दीयां सारियां वीडियोस, अज मैनूं लगदा 7वां 8वां लैक्चर तो होऊगा ही अपना, तो लगातार पिछले सारे लैक्चर लाओ ताकि तुहानूं पता लगे कि इकोनॉमी जिहड़ी आ उहनूं करना किवें आ। हुण शुरू हो जाओ प्री इंडिपेंडेंस स्टोरी। मैं इत्थे तो शुरू की है M विश्वेश्वरैया तो, बट मैं M विश्वेश्वरैया तो नहीं, मैं स्टोरी शुरू की है दादा भाई नारोजी तो, ठीक है, सुब्रमण्य अय्यर तो, गोपाल कृष्ण गोखले तो, फिरोज शाह मेहता, फिर उस तो बाद जाके आ सारे नाम आए सी। M विश्वेश्वरैया ने अपनी किताब प्लैंड इकोनॉमी ऑफ इंडिया पहली बार दसिया कि हाँ इंडिया नूं अपनी प्लैनिंग जिहड़ी आ अपनी इकोनॉमी है जिहड़ी वो प्लैंड इकोनॉमी रखनी चाहिए है, ये तो मैं दस ही दिता। उस तो बाद कांग्रेस भी थोड़ी जी हरकत च आई 1938 विच, ठीक है। तो 1938 च पहली बार नैशनल प्लैनिंग कमेटी का गठन किया गया, जिहदी प्रधानगी की बॉस ने, ते चेयरमैनशिप सी, चेयरमैन सी उहदा जवाहर लाल नेहरू। दोवां ने मिलकर एक 5 ईयर ये ड्राफ्ट बनाया कि आपां अपने देश की आज़ादी तो बाद प्लैनिंग किवें करनी है। पर मैं तुहानूं एक गल दसदा, 1938 च एक कमेटी बनी, 1939 ही सुभाष चंद्र बोस महात्मा गांधी तो नाराज़ हो गए, तो पंडित नेहरू नूं महात्मा गांधी जी नाराज़गी करके बॉस तो दूर होना पै गया, तो ये नैशनल प्लैनिंग कमेटी धरी दी धरी रह गई, ठीक है। उस तो बाद इस प्लैनिंग कमेटी ने कोई बहुता काम भी नहीं किया, सिंपल जी गल जी तो मैं दसां, ठीक है। नैक्सट उस तो बाद फिर महात्मा गांधी ने साडे देश के सारे इंडस्ट्रीलिस्टां नूं इकट्ठे किया ते उन्हां दी एक मीटिंग करवाई कि तुसीं जे इंडस्ट्रीलिस्ट देश नूं चलाउणा चाहो तो तुसीं किवें दा देश नूं चलाओगे। तो साडे देश के जिन्ने उस टाइम इंडस्ट्रीलिस्ट सीगे उन्हां ने सारिਆਂ ने मिल के एक प्लैन सरकार दे के पेश किया। उस प्लैन का नाम सी बॉम्बे प्लैन। जे कोई मैनूं पुछे कि बॉम्बे प्लैन किन्ना दा सीगा तो बड़ी आसानी नाल कहा जा सकता है कि बेसिकली जिहड़ा बॉम्बे प्लैन सीगा वो इस देश के इकनॉमिस्टां दा सीगा। किन्ना दा सी? इकनॉमिस्ट वर्ग दा, ठीक है, जिहड़े उस सॉरी इस देश के इंडस्ट्रीलिस्टां दा, जिहड़े उस टाइम काफ़ी तगड़े पैसे वाले सी, जिन्हां च GD बिरला,
JRD टाटा, परशोत्तम दास ठाकुर दास, ठीक आ हो गए लाला श्री राम, मतलब वो लोग ਜਿਹੜੇ ਉਸ ਟਾਈਮ ਟੌਪ ਲੈਵਲ ਦੇ ਇੰਡਸਟਰੀਲਿਸਟ ਸੀਗੇ, ਉਹਨਾਂ ਦਾ ਪਲਾਨ ਸੀਗਾ। ਤੇ ਉਹਨਾਂ ਦੇ ਪਲਾਨ ਦੇ ਵਿੱਚ ਇੱਕ ਗੱਲ ਬੜੀ ਕਲੀਅਰ ਸੀਗੀ ਜਿਹੜੀ ਉਹ ਦੱਸਣਾ ਚਾਹੁੰਦੇ ਸੀਗੇ ਕਿ ਸਰਕਾਰ ਨੂੰ ਪ੍ਰਾਈਵੇਟ ਪਲੇਅਰਸ ਨੂੰ ਕੰਮ ਕਰਨ ਤੋਂ ਨਹੀਂ ਰੋਕਣਾ ਚਾਹੀਦਾ, ਸਰਕਾਰ ਨੂੰ ਉਹਨਾਂ ਦੀ ਪ੍ਰਾਪਰਟੀ ਨੂੰ ਐਕਵਾਇਰ ਕਰਕੇ ਨੈਸ਼ਨਲਾਈਜ਼ ਕਰਨ ਤੇ ਨੀਤ ਨਹੀਂ ਰੱਖਣੀ ਚਾਹੀਦੀ, ਕਿਉਂਕਿ ਇਹਦੇ ਨਾਲ ਕਿਸੇ ਵੀ ਦੇਸ਼ ਦੀ ਇਕਨੋਮੀ ਜਿਹੜੀ ਆ ਉਹ ਟਰੈਕ ਤੋਂ ਉਤਰ ਸਕਦੀ ਹੈ, ਕਿਉਂਕਿ ਉਹ ਇਹਦੇ 'ਚ ਆਪਣਾ ਵੀ ਭਲਾ ਚਾਹੁੰਦੇ ਸੀਗੇ। ਤਾਂ ਇਹ ਸੀ 1944 'ਚ ਆਇਆ ਕਿਹੜਾ ਪਲਾਨ, ਬੌਂਬੇ ਪਲਾਨ, ਠੀਕ ਹੈ ਨਾ। ਤਾਂ ਬਿਲਕੁਲ ਉਹਨਾਂ ਨੇ ਕਿਹਾ ਸੀ ਕਿ ਸਾਡੇ ਦੇਸ਼ ਨੂੰ ਮਤਲਬ ਕਿ ਕਿਵੇਂ ਅਸੀਂ ਇਸ ਦੇਸ਼ ਦੀ ਇਨਕਮ ਨੂੰ 15 ਸਾਲਾਂ 'ਚ ਡਬਲ ਕਰ ਸਕਦੇ ਹਾਂ ਜੇ ਆਪਾਂ ਇੰਡਸਟਰੀਲਿਸਟ ਨੂੰ ਪ੍ਰਾਈਵੇਟ ਪਲੇਅਰਸ ਨੂੰ ਸਪੋਰਟ ਕਰਾਂਗੇ, ਠੀਕ ਆ। ਬਟ ਓਬਵੀਅਸ ਜੀ ਗੱਲ ਆ ਕਿ ਇਹ ਕੋਈ ਬਹੁਤਾ ਇੰਟਰਸਟਿੰਗ ਪਲਾਨ ਨਹੀਂ ਸੀਗਾ। ਦੂਜੀ ਗੱਲ, ਪੰਡਿਤ ਨਹਿਰੂ ਜਿਹੜਾ ਬੰਦਾ ਕਮਿਊਨਿਸਟ ਜਾਂ ਸੋਸ਼ਲਿਜ਼ਮ ਤੋਂ ਇੰਨਾ ਪ੍ਰਭਾਵਿਤ ਹੋਵੇ ਉਹ ਕੈਪੀਟਲਿਸਟਾਂ ਦੇ ਪਲਾਨ ਤੇ ਕਦੇ ਯਕੀਨ ਕਰੂਗਾ ਵੀ ਨਹੀਂ। ਦੂਸਰਾ ਪਲਾਨ ਆਇਆ ਫਿਰ ਪੀਪਲਸ ਪਲਾਨ। ਇਹ ਜਿਹੜਾ ਪੀਪਲਸ ਪਲਾਨ ਹੈ ਨਾ, ਇਹ ਕਾਮਰੇਡਾਂ ਦਾ ਸੀਗਾ, ਸਮਾਜਵਾਦੀਆਂ ਦਾ ਸੀ, ਸੋਸ਼ਲਿਸਟਾਂ ਦਾ ਸੀਗਾ, ਠੀਕ ਆ। ਇਸ ਪਲਾਨ 'ਚ ਬੇਸਿਕਲੀ ਇਸ ਪਲਾਨ ਨੂੰ ਤਿਆਰ ਕੀਤਾ ਸੀ ਇੱਕ ਕਾਮਰੇਡ ਨੇ, ਨਾਮ ਸੀ ਮਹਿੰਦਰ ਨਾਥ ਰॉय। ਕੀ ਨਾਮ ਸੀਗਾ? ਕਾਮਰੇਡ ਕਹਿ ਲਓ, ਕਮਿਊਨਿਸਟ ਕਹਿ ਲਓ, ਸੋਸ਼ਲਿਸਟ ਕਹਿ ਲਓ, ਠੀਕ ਆ। ਉਹਦੇ 'ਚ ਸਾਰਾ ਜ਼ੋਰ ਇਹ 'ਚ ਸੀਗਾ ਕਿ ਜਿੰਨੀ ਸਾਡੇ ਦੇਸ਼ 'ਚ ਜ਼ਮੀਨ ਆ ਤੇ ਜਿੰਨੀ ਸਾਡੇ ਦੇਸ਼ 'ਚ ਇੰਡਸਟਰੀ ਆ, ਇਹਨੂੰ ਸਾਰੀ ਨੂੰ ਨੈਸ਼ਨਲਾਈਜ਼ ਕਰ ਦਿਓ, ਐਕਵਾਇਰ ਕਰ ਲੇ ਸਰਕਾਰ, ਤੇ ਸਰਕਾਰ ਫਿਰ ਲੋਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਹਨਾਂ ਨੂੰ ਆਪਸ 'ਚ ਵੰਡ ਦੇ, ਜਿਵੇਂ ਕਾਮਰੇਡ ਜਾਂ ਕਮਿਊਨਿਸਟਿਕ ਆਈਡੀਓਲੋਜੀ ਕਹਿੰਦੀ ਹੈ। ਇਹ ਦੂਸਰਾ ਪਲਾਨ ਸੀ ਪੀਪਲਸ ਪਲਾਨ। ਇਹਨੂੰ ਕਈ ਲੋਕ ਕਾਮਰੇਡਾਂ ਦਾ ਪਲਾਨ ਜਾਂ ਕਮਿਊਨਿਸਟ ਪਲਾਨ ਵੀ ਕਹਿ ਸਕਦੇ ਆ, ਬਟ ਇਹਦਾ ਆਫੀਸ਼ੀਅਲ ਨਾਮ ਪੀਪਲਸ ਪਲਾਨ ਸੀ। ਤੀਸਰਾ ਪਲਾਨ ਸੀਗਾ ਗਾਂਧੀਅਨ ਪਲਾਨ, ਗਾਂਧੀ ਜੀ ਦੀ ਸੋਚ ਦੇ ਆਧਾਰਿਤ। ਇਹ ਗਾਂਧੀ ਜੀ ਦਾ ਇੱਕ ਚੇਲਾ ਸੀਗਾ, ਬੇਸ਼ੱਕ ਉਹ ਅਮਰੀਕਾ ਤੋਂ ਪੜ੍ਹ ਕੇ ਆਇਆ ਸੀ, ਇੱਕ ਕੈਪੀਟਲਿਸਟਿਕ ਕੰਟਰੀ ਤੋਂ। ਨਾਮ ਸੀ SN ਅਗਰਵਾਲ, ਸ਼੍ਰੀਮਨ ਨਾਰਾਇਣ ਅਗਰਵਾਲ, ਠੀਕ ਆ, SN ਅਗਰਵਾਲ। ਉਹਨਾਂ ਨੇ 1944 'ਚ ਇਹ ਪਲਾਨ ਜਿਹੜਾ ਸੀਗਾ ਇਹ ਪ੍ਰਪੋਜ਼ ਕੀਤਾ। ਤੇ ਇਸ ਪਲਾਨ ਦਾ ਆਧਾਰ ਸੀ ਕਿ ਜੇ ਦੇਸ਼ ਨੂੰ ਚਲਾਉਣਾ ਹੈ ਨਾ ਤਾਂ ਪੇਂਡੂ ਇੰਡਸਟਰੀ ਨੂੰ ਪ੍ਰਮੋਟ ਕਰੋ। ਪੇਂਡੂ ਇੰਡਸਟਰੀ ਕਿਹੜੀ? ਖਾਦੀ, ਕਾਟੇਜ ਤੇ ਐਨੀਮਲ ਹਸਬੈਂਡਰੀ। ਕਿ ਲੋਕਾਂ ਨੂੰ ਜੇ ਜੀਣ ਦਾ ਰਾਹ ਸਿਖਾਉਣਾ ਹੈ ਤਾਂ ਐਨੀਮਲ ਹਸਬੈਂਡਰੀ, ਖਾਦੀ, ਕਾਟਨ, ਕਾਟੇਜ, ਇਸ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾਵੇ, ਕਿਉਂਕਿ 70-75% ਇੰਡੀਆ ਪਿੰਡਾਂ 'ਚ ਵੱਸਦਾ ਹੈ ਤੇ ਉਹਨੂੰ ਪ੍ਰਮੋਟ ਕਰਨ ਦਾ ਮਤਲਬ ਉਹਦੀ ਚੜ੍ਹਾਈ ਦਾ ਮਤਲਬ ਦੇਸ਼ ਦੀ ਚੜ੍ਹਾਈ। ਤਾਂ ਇਹ ਗਾਂਧੀਅਨ ਪਲਾਨ ਸੀ, SN ਅਗਰਵਾਲ ਦੁਆਰਾ ਪ੍ਰਪੋਜ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਅਗਲਾ ਪਲਾਨ ਆ ਸਰਵੋਦਿਆ ਪਲਾਨ। ਇਹ ਸਰਵੋਦਿਆ ਪਲਾਨ ਕੀ ਆ? ਸਰਵੋਦਿਆ ਦਾ ਮਤਲਬ ਆ ਸਾਰਿਆਂ ਦਾ ਭਲਾ, ਠੀਕ ਆ। ਇਹ ਪਲਾਨ ਮਿਕਸਚਰ ਸੀਗਾ, ਥੋੜਾ ਜਿਹਾ ਸਮਾਜਵਾਦ ਦਾ ਤੇ ਥੋੜਾ ਜਿਹਾ ਗਾਂਧੀ ਦੀ ਸੋਚ ਦਾ। ਇਸ ਪਲਾਨ ਨੂੰ ਲੈ ਕੇ ਆਏ ਸੀ ਗਾਂਧੀ ਦਾ ਇੱਕ ਚੇਲਾ ਸੀ ਜੈ ਪ੍ਰਕਾਸ਼ ਨਾਰਾਇਣ। ਕੌਣ? ਜੈ ਪ੍ਰਕਾਸ਼ ਨਾਰਾਇਣ। ਹੁਣ ਉਸ ਬੰਦੇ ਦੀ ਗੱਲ ਸੁਣ ਲਓ ਕਿ ਆਖਰ ਕੀ ਕਹਿਣਾ ਸੀ ਉਹ। ਜੈ ਪ੍ਰਕਾਸ਼ ਨਾਰਾਇਣ, ਵਿਨੋਬਾ ਭਾਵੇ, ਇਹਨਾਂ ਬੰਦਿਆਂ ਦੀ ਇੱਕ ਖਾਸੀਅਤ ਸੀ, ਇਹ ਹੈ ਤਾਂ ਸਮਾਜਵਾਦੀ ਸੀ, ਸੋਸ਼ਲਿਜ਼ਮ ਵਾਲੇ, ਪਰ ਇਹ ਗਾਂਧੀ ਤੋਂ ਵੀ ਬੜਾ ਪ੍ਰਭਾਵਿਤ ਸੀ। ਇਸ ਕਰਕੇ ਇਹਨਾਂ ਦੀ ਸੋਚ 'ਚ ਗਾਂਧੀ ਵੀ ਉਹਨਾਂ ਕੁ ਸੀ ਤੇ ਸਮਾਜਵਾਦ ਵੀ ਉਹਨਾਂ ਸੀ। ਗਾਂਧੀ ਦਾ ਸੋਚ ਕੀ ਆ? ਗਰੀਬਾਂ ਦਾ ਭਲਾ ਕਰੋ, ਪੇਂਡੂਆਂ ਦਾ ਭਲਾ ਕਰੋ। ਤੇ ਸਮਾਜਵਾਦ ਦੀ ਸੋਚ ਕੀ ਹੈ? ਅਮੀਰਾਂ ਕੋ ਖੋ ਕੇ ਗਰੀਬਾਂ 'ਚ ਉਹਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਵੰਡ ਦਿਓ। ਇੰਟੈਂਸ਼ਨਸ ਤਾਂ ਦੋਵਾਂ ਦੀਆਂ ਇੱਕੋ ਹੀ ਹੈ ਨਾ ਕਿ ਗਰੀਬੀ ਖਤਮ ਕਰੋ। ਤਾਂ ਸਰਵੋਦਿਆ ਪਲਾਨ ਇਹਨਾਂ ਦੋਵਾਂ ਦਾ ਸੀਗਾ। ਸਰਵੋਦਿਆ ਪਲਾਨ 'ਚ ਇਹ ਸੀਗਾ ਕਿ ਜੇ ਤੁਸੀਂ ਅਮੀਰਾਂ ਤੋਂ ਸਾਰੀ ਜ਼ਮੀਨ ਖੋ ਕੇ ਗਰੀਬਾਂ 'ਚ ਨਹੀਂ ਵੰਡਣੀ, ਜਿਹਨੂੰ ਕਿ ਕਮਿਊਨਿਜ਼ਮ ਕਹਿੰਦਾ ਹੈ, ਘੱਟੋ ਘੱਟ ਤੁਸੀਂ ਜ਼ਮੀਨੀ ਸੁਧਾਰ ਲੈ ਕੇ ਆਓ। ਜਿਹੜੇ ਜ਼ਮੀਨਦਾਰਾਂ ਕੋਲ ਨਜਾਇਜ਼ ਜ਼ਮੀਨ ਆ ਉਹ ਸਾਰੀ ਜ਼ਮੀਨ ਬਰਾਬਰ ਕੀਤੀ ਜਾਵੇ। ਉਹਨਾਂ ਕੋਲ ਉਨੀ ਕੁ ਜ਼ਮੀਨ ਛੱਡ ਦਿਓ ਜਿਹੜੀ ਕਿ ਉਹਨਾਂ ਨੇ ਅੰਗਰੇਜ਼ਾਂ ਤੋਂ ਪਹਿਲਾਂ ਰੱਖੀ ਹੋਈ ਸੀ। ਜਿਹੜੀ ਜ਼ਮੀਨ ਉਹਨਾਂ ਨੂੰ ਅੰਗਰੇਜ਼ਾਂ ਨੇ ਗਦਾਰੀ ਕਰਨ 'ਚ ਜਾਂ ਉਹਨਾਂ ਦਾ ਸਾਥ ਦੇਣ 'ਚ ਦਿੱਤੀ ਆ, ਉਹ ਸਾਰੀ ਜ਼ਮੀਨ ਖੋ ਕੇ ਉਹਨੂੰ ਉਹਨਾਂ ਦੇ ਅਸਲੀ ਮਾਲਕਾਂ ਤੱਕ ਪਹੁੰਚਾਓ, ਜਿਹੜੇ ਉਹਨਾਂ ਜ਼ਮੀਨਾਂ ਦੇ ਅਸਲੀ ਮਾਲਕ ਸੀ ਅੱਜ ਤੋਂ 100-150 ਸਾਲ ਪਹਿਲਾਂ ਵਾਲੇ। ਇਹਨੂੰ ਕਹਿੰਦੇ ਆ ਜ਼ਮੀਨੀ ਸੁਧਾਰ। ਤੇ ਜ਼ਮੀਨੀ ਸੁਧਾਰ ਦੀ ਇੰਗਲਿਸ਼ ਹੁੰਦੀ ਲੈਂਡ ਰਿਫਾਰਮਸ। ਕੀ ਕਹਿੰਦੇ ਆ? ਲੈਂਡ ਰਿਫਾਰਮਸ। ਤਾਂ ਇਹ ਪਲਾਨ ਇਸ ਕਰਕੇ ਬੜਾ ਮਸ਼ਹੂਰ ਸੀਗਾ ਕਿ ਲੋਕਾਂ ਨੂੰ ਇਨਵੋਲਵ ਕਰਕੇ ਚੱਲੋ, ਠੀਕ ਆ। ਇਹਦੇ 'ਚੋਂ ਗਰੀਬੀ ਵੀ ਖਤਮ ਹੋਊਗੀ, ਸਾਰੀਆਂ ਜ਼ਮੀਨਾਂ ਲੋਕਾਂ ਦੀਆਂ ਐਕਵਾਇਰ ਵੀ ਨਹੀਂ ਹੋਣਗੀਆਂ ਤੇ ਘੱਟੋ ਘੱਟ ਦੇਸ਼ ਦੀ ਇਕਨੋਮੀ ਵੀ ਟਰੈਕ ਤੇ ਚੱਲੂਗੀ। ਤਾਂ ਇਸ ਦੇਸ਼ 'ਚ ਜੇ ਕੋਈ ਪੁੱਛੇ ਕਿ ਕਿਹੜੇ ਪਲਾਨ ਆਏ ਆ, ਬੌਂਬੇ ਪਲਾਨ, ਪੀਪਲਸ ਪਲਾਨ ਤੇ ਤੀਜਾ ਸੀਗਾ ਗਾਂਧੀਅਨ ਪਲਾਨ ਤੇ ਚੌਥਾ ਸਰਵੋਦਿਆ ਪਲਾਨ, ਠੀਕ ਆ ਨਾ। ਤਾਂ ਇਹ 4-5 ਪਲਾਨ ਸੀਗੇ ਜਿਨ੍ਹਾਂ ਦੇ ਬੇਸ ਤੇ ਸਾਡਾ ਦੇਸ਼ ਸਾਰਾ ਜਿਹੜਾ ਸੀਗਾ ਉਹ ਚੱਲਿਆ। ਪਰ ਇਹ ਸਾਰੇ ਪਲਾਨ ਹੋ ਗਏ, ਨੈਸ਼ਨਲ ਪਲੈਨਿੰਗ ਕਮੇਟੀ ਵੀ ਬਣ ਗਈ। ਇਹ ਸਾਰੀਆਂ ਚੀਜ਼ਾਂ ਤੋਂ ਬਾਅਦ, ਇਹ ਸਾਰੇ ਰੌਲੇ ਤੋਂ ਬਾਅਦ ਫਿਰ ਇੱਕ ਹੋਰ ਕਨਸੈਪਟ ਨਿਕਲ ਕੇ ਆਇਆ ਸਾਡੇ ਦੇਸ਼ 'ਚ ਕਿ ਬਈ ਇਸ ਪਲੈਨਿੰਗ ਨੂੰ ਸਿਰੇ ਚਾੜੂਗਾ ਕੌਣ?
आखिर इस देश जिहड़ी आ प्लैनिंग हो रही है ਜਾਂ ਜਿਹੜੀ ਇਸ ਦੇਸ਼ 'ਚ ਪਲੈਨਿੰਗ ਹੋਈ ਆ ਇਸ ਪਲੈਨਿੰਗ ਦਾ ਬਣੂਗਾ ਕੀ ਮੀਨਸ ਕਿ ਇਸ ਪਲੈਨਿੰਗ ਨੂੰ ਆਪਾਂ ਕਿਵੇਂ ਇਹਦਾ ਪਲੈਨਿੰਗ ਦਾ ਕੀਤਾ ਕੀ ਜਾਵੇ ਠੀਕ ਆ। ਹੁਣ ਪ੍ਰੋਬਲਮ ਇਹ ਸੀਗੀ ਕਿ ਇਸ ਪਲੈਨਿੰਗ ਨੂੰ ਜਿਵੇਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਅਗਲੇ 5 7 20 ਸਾਲ 100 50 ਸਾਲ ਅਸੀਂ ਪਲੈਨਿੰਗ ਕਰਨੀ ਆ ਪਰ ਉਹ ਪਲੈਨਿੰਗ ਵਾਸਤੇ ਕੌਣ ਬਣੂਗਾ। 1947 ਚ ਇੰਡੀਆ ਆਜ਼ਾਦ ਹੋ ਗਿਆ ਠੀਕ ਆ 1947 ਚ ਇੰਡੀਆ ਆਜ਼ਾਦ ਹੋ ਗਿਆ। 1947 ਤੋਂ ਬਾਅਦ ਫਿਰ ਜਾ ਕੇ ਜਦੋਂ ਸਾਡੇ ਦੇਸ਼ 'ਚ 5 ਈਅਰ ਪਲੈਨਿੰਗ ਕਰਨੀ ਸੀ ਉਸ ਤੋਂ 2 ਸਾਲ ਪਹਿਲਾਂ ਜਾਂ 1 ਸਾਲ ਪਹਿਲਾਂ 15 ਮਾਰਚ 1950 ਨੂੰ ਕਿੰਨੀ ਤਰੀਕ ਨੂੰ 15 ਮਾਰਚ 1950 ਨੂੰ ਫਿਰ ਇੱਕ ਬੋਰਡ ਦੀ ਸਥਾਪਨਾ ਕੀਤੀ ਗਈ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਆਜ਼ਾਦੀ ਤੋਂ ਬਾਅਦ। ਨਾਮ ਰੱਖਿਆ ਗਿਆ ਪਲੈਨਿੰਗ ਕਮਿਸ਼ਨ। ਕੀ ਨਾਮ ਰੱਖਿਆ ਗਿਆ ਪਲੈਨਿੰਗ ਕਮਿਸ਼ਨ। ਪਲੈਨਿੰਗ ਕਮਿਸ਼ਨ ਇੱਕ ਸੰਸਥਾ ਬਣਦੀ ਆ। ਇੱਕ ਗੱਲ ਹੋਰ ਇਸ ਪਲੈਨਿੰਗ ਕਮਿਸ਼ਨ ਦਾ ਜ਼ਿਕਰ ਕਨਸਟੀਟਿਊਸ਼ਨ 'ਚ ਕਿਤੇ ਵੀ ਨਹੀਂ ਹੈਗਾ ਇਸ ਕਰਕੇ ਇਹ ਕੋਈ ਕਨਸਟੀਟਿਊਸ਼ਨਲ ਬੋਡੀ ਨਹੀਂ ਗੀ ਨਾ ਹੀ ਇਹਦਾ ਕੋਈ ਐਕਟ ਪਾਸ ਕੀਤਾ ਗਿਆ ਕਿਉਂਕਿ ਜਦੋਂ ਕਿਸੇ ਸੰਸਥਾ ਦਾ ਐਕਟ ਬਣਾ ਕੇ ਪਾਸ ਕਰ ਦਿੱਤੀ ਜਾਵੇ ਨਾ ਫਿਰ ਉਹ ਪਾਰਲੀਮੈਂਟ ਦੇ ਦਾਇਰੇ 'ਚ ਆ ਜਾਂਦੀ ਹੈ ਤੇ ਸਰਕਾਰ ਚਾਹੁੰਦੀ ਸੀ ਕਿ ਇਹਨੂੰ ਕਿਸੇ ਪਾਰਲੀਮੈਂਟ ਦੇ ਦਾਇਰੇ 'ਚ ਨਾ ਰੱਖਿਆ ਜਾਵੇ। ਜਿਹੜੀ ਸੰਸਥਾ ਨੂੰ ਸਰਕਾਰ ਆਪਣੇ ਹੱਕ 'ਚ ਰੱਖਣਾ ਚਾਹੁੰਦੀ ਆ ਆਪਣੇ ਹੱਥ 'ਚ ਰੱਖਣਾ ਚਾਹੁੰਦੀ ਆ ਉਹਨੂੰ ਹਮੇਸ਼ਾ ਨੌਨ ਕਨਸਟੀਟਿਊਸ਼ਨਲ ਤੇ ਨੌਨ ਸਟੈਚੂਟਰੀ ਹੀ ਰੱਖਦੀ ਹੈ। ਉਸ ਬੋਡੀ ਨੂੰ ਕਿਹਾ ਜਾਂਦਾ ਹੈ ਨਾਈਦਰ ਕਨਸਟੀਟਿਊਸ਼ਨਲ ਨੌਰ ਸਟੈਚੂਟਰੀ। ਉਸ ਬੋਡੀ ਦਾ ਇੱਕ ਹੋਰ ਵੀ ਨਾਮ ਹੁੰਦਾ ਹੈ ਐਕਸਟਰਾ ਕਨਸਟੀਟਿਊਸ਼ਨਲ ਬੋਡੀ। ਕਿਹੜੀ ਐਕਸਟਰਾ ਕਨਸਟੀਟਿਊਸ਼ਨਲ ਬੋਡੀ। ਇੱਕ ਨਾਮ ਹੋਰ ਹੁੰਦਾ ਉਸ ਬੋਡੀ ਦਾ ਐਗਜ਼ੈਕਟਿਵ ਬੋਡੀ। ਕਿਹੜੀ ਐਗਜ਼ੀਕਿਊਟਿਵ ਜਾਂ ਐਗਜ਼ੈਕਟਿਵ ਬੋਡੀ। ਤਾਂ ਪਲੈਨਿੰਗ ਕਮਿਸ਼ਨ ਨਾ ਤਾਂ ਕਨਸਟੀਟਿਊਸ਼ਨਲ ਆ ਨਾ ਸਟੈਚੂਟਰੀ ਆ। ਪਲੈਨਿੰਗ ਕਮਿਸ਼ਨ ਬਣਦੀ ਹੈ ਇੱਕ ਐਗਜ਼ੈਕਟਿਵ ਬੋਡੀ 15 ਮਾਰਚ 1950 ਨੂੰ ਤੇ ਇਹਦੀ ਜਿਹੜੀ ਕੰਪੋਜੀਸ਼ਨ ਆ ਉਹਦੇ 'ਚ ਲਿਖਿਆ ਜਾਂਦਾ ਹੈ ਕਿ ਜਿਹੜਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਊਗਾ ਉਹ ਐਕਸ ਆਫੀਸ਼ੀਓ ਯਾਨੀ ਕਿ ਆਟੋਮੈਟਿਕਲੀ ਇਹਦਾ ਚੇਅਰਮੈਨ ਹੋ ਜਾਊਗਾ। ਇਸ ਕਰਕੇ ਪਲੈਨਿੰਗ ਕਮਿਸ਼ਨ ਦਾ ਪਹਿਲਾ ਚੇਅਰਮੈਨ ਕੌਣ ਬਣਿਆ ਪੰਡਿਤ ਜਵਾਹਰ ਲਾਲ ਨਹਿਰੂ। ਹਾਂ ਵਾਈਸ ਚੇਅਰਮੈਨ ਦੀ ਪੋਸਟ ਕ੍ਰੀਏਟ ਕੀਤੀ ਗਈ ਸੀ ਤੇ ਵਾਈਸ ਚੇਅਰਮੈਨ ਦੀ ਪੋਸਟ ਤੇ ਸਭ ਤੋਂ ਪਹਿਲਾਂ ਬੈਠੇ ਆ ਗੁਲਜ਼ਾਰੀ ਲਾਲ ਨੰਦਾ। ਹੁਣ ਇਸ ਪਲੈਨਿੰਗ ਕਮਿਸ਼ਨ ਦਾ ਕੰਮ ਪਤਾ ਕੀ ਸੀਗਾ ਉਹ ਕੰਮ ਕਰਨਾ ਜੋ ਸਾਡੀ ਸਰਕਾਰ ਦੇ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਦਿਮਾਗ 'ਚ ਚੱਲ ਰਿਹਾ ਸੀ। 5 ਈਅਰ ਪਲਾਨਸ ਬਣਾਉਣੇ। ਕੀ ਬਣਾਉਣੇ 5 ਈਅਰ ਪਲਾਨਸ ਬਣਾਉਣੇ। ਹੁਣ ਮੈਨੂੰ ਇੱਕ ਗੱਲ ਦੱਸੋ ਪਲੈਨਿੰਗ ਕਮਿਸ਼ਨ ਨਾਮ ਦੀ ਸੰਸਥਾ ਬਣ ਗਈ ਠੀਕ ਹੈ ਜੀ। ਪਲੈਨਿੰਗ ਕਮਿਸ਼ਨ ਨਾਮ ਦੀ ਸੰਸਥਾ ਬਣ ਗਈ। ਪ੍ਰੋਬਲਮ ਕੀ ਸੀਗੀ ਆਹ ਪਲੈਨਿੰਗ ਕਮਿਸ਼ਨ ਠੀਕ ਆ ਪਲੈਨਿੰਗ ਕਮਿਸ਼ਨ 'ਚ ਇੱਕ ਚੇਅਰਮੈਨ ਆ ਇੱਕ ਵਾਈਸ ਚੇਅਰਮੈਨ ਆ ਤੇ ਬਾਕੀ ਸਾਰੀ ਅਫਸਰਸ਼ਾਹੀ ਹੈ ਬਿਊਰੋਕਰੇਟਸ ਅਫਸਰਾਂ ਨੂੰ ਕਹਿੰਦੇ ਆ ਤੇ ਅਫਸਰਾਂ ਨੇ ਪਲੈਨਿੰਗ ਕਰਤੀ 5 ਈਅਰ ਪਲੈਨਿੰਗ ਦਿੱਲੀ 'ਚ ਬੈਠ ਕੇ ਬਣਾਤੀ। ਕੀ ਅਫਸਰਾਂ ਦੀ ਬਣਾਈ ਹੋਈ ਦਿੱਲੀ 'ਚ ਬੈਠੇ ਬਣਾਈ ਹੋਈ ਪਲੈਨਿੰਗ ਕੇਰਲਾ ਤੇ ਕੰਮ ਕਰ ਸਕਦੀ ਹੈ ਜੀ। ਕੀ ਪਤਾ ਅਫਸਰਾਂ ਨੂੰ ਕੇਰਲਾ ਦੇ ਹਾਲਾਤ ਹੀ ਨਾ ਪਤਾ ਹੋਣ। ਕੀ ਉਹੀ 5 ਈਅਰ ਪਲੈਨਿੰਗ ਨਾਰਥ ਈਸਟ ਦੀਆਂ ਸਟੇਟਸ ਅਸਾਮ ਮਨੀਪੁਰ ਮਿਜ਼ੋਰਮ ਤੇ ਕੰਮ ਕਰ ਸਕਦੀ ਹੈ ਨਹੀਂ। ਜਿਹੜੀ ਪਲੈਨਿੰਗ ਉਹਨਾਂ ਨੇ ਮਿਜ਼ੋਰਮ ਲਈ ਬਣਾਈ ਆ ਕੀ ਉਹੀ ਪਲੈਨਿੰਗ ਜਿਹੜੀ ਆ ਉਹ ਪੰਜਾਬ ਵਾਸਤੇ ਕੰਮ ਕਰ ਸਕਦੀ ਹੈ। ਬਿਲਕੁਲ ਗਲਤ। ਪਲੈਨਿੰਗ ਕਮਿਸ਼ਨ ਇਸੇ ਕਰਕੇ ਫੇਲ ਹੋਇਆ ਕਿਉਂਕਿ ਇਹ ਟੌਪ ਟੂ ਬਾਟਮ ਅਪਰੋਚ ਤੇ ਕੰਮ ਕਰਦਾ ਸੀ। ਟੌਪ ਲੈਵਲ ਤੇ ਕੰਮ ਬਣਦੀ ਹੈ ਪਾਲਿਸੀ ਤੇ ਬਾਟਮ ਤੱਕ ਆਊਗੀ। ਇਹ ਤਾਂ ਕੰਮ ਹੀ ਨਹੀਂ ਹੋ ਸਕਦਾ। ਬਾਟਮ ਅਪ ਅਪਰੋਚ ਚਾਹੀਦੀ ਹੁੰਦੀ ਹੈ ਸਗੋਂ ਕਿਸੇ ਸੰਸਥਾ ਨੂੰ। ਇਹ ਤਾਂ ਟੌਪ ਟੂ ਬਾਟਮ ਚੱਲਦਾ ਸੀਗਾ ਇਹ ਫੇਲ ਹੋ ਗਿਆ ਕੰਮ। ਪਰ ਫਿਰ ਵੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਿਸੇ ਨੇ ਗੱਲ ਸਮਝਾਈ ਕਿ ਜਨਾਬ ਪਲੈਨਿੰਗ ਕਮਿਸ਼ਨ ਤੋਂ ਤੁਸੀਂ ਪਲਾਨ ਤਾਂ ਬਣਵਾ ਲਏ ਆ ਇਹਨੂੰ ਪਾਸ ਕੌਣ ਕਰਿਆ ਕਰੂਗਾ। ਘੱਟੋ ਘੱਟ ਜਿਹੜੇ ਮੁੱਖ ਮੰਤਰੀਆਂ ਵਾਸਤੇ ਤੁਸੀਂ ਇਹ ਪਲਾਨ ਬਣਾ ਰਹੇ ਹੋ ਪੰਜਾਬ ਹਰਿਆਣਾ ਯੂਪੀ ਕਰਨਾਟਕਾ ਵਾਸਤੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਪੁੱਛ ਤਾਂ ਲਓ। ਫਿਰ ਇਹਨਾਂ ਨੂੰ ਜਾ ਕੇ ਮਹਾਰਾਜ ਨੂੰ ਅਸਰ ਉਹ ਹੋਇਆ ਕਿ ਬਈ 1950 'ਚ ਪਲੈਨਿੰਗ ਕਮਿਸ਼ਨ ਬਣਿਆ। 1950 ਤੋਂ 2 ਸਾਲ ਬਾਅਦ 1952 'ਚ ਇੱਕ ਕਮੇਟੀ ਬਣਾਈ ਗਈ ਕੌਂਸਲ ਬਣਾਈ ਗਈ ਨੈਸ਼ਨਲ ਡਿਵੈਲਪਮੈਂਟ ਕੌਂਸਲ। ਕੀ ਨਾਮ ਸੀਗਾ ਨੈਸ਼ਨਲ ਡਿਵੈਲਪਮੈਂਟ ਕੌਂਸਲ। ਨੈਸ਼ਨਲ ਡਿਵੈਲਪਮੈਂਟ ਕੌਂਸਲ ਦੇ ਵਿੱਚ ਕੌਣ ਕੌਣ ਹੁੰਦਾ ਸੀਗਾ ਚੇਅਰਮੈਨ ਉਹਦਾ ਪ੍ਰਧਾਨ ਮੰਤਰੀ ਰਹੂਗਾ। ਚੇਅਰਮੈਨ ਕੌਣ ਰਹੂਗਾ PM ਤੇ ਮੈਂਬਰ ਕੌਣ ਰਹਿਣਗੇ ਭਲਾ ਮੈਂਬਰ ਹੋਣਗੇ CM ਆਫ ਆਲ ਸਟੇਟਸ। ਕੀ ਹੋਣਗੇ CM ਆਫ ਆਲ ਸਟੇਟਸ ਉਹਦੇ ਮੈਂਬਰ ਹੋਣਗੇ। ਤੇ ਇਸ ਨੈਸ਼ਨਲ ਡਿਵੈਲਪਮੈਂਟ ਕੌਂਸਲ ਦਾ ਕੰਮ ਕੀ ਹੈ ਭਲਾ ਇਹਦਾ ਕੰਮ ਆ ਪਲੈਨਿੰਗ ਕਮਿਸ਼ਨ ਦੁਆਰਾ ਬਣਾਈ 5 ਈਅਰ ਪਲਾਨ ਤੇ ਮੋਹਰ ਲਾਉਣੀ। ਤੇ ਸ਼ਾਇਦ ਇਹਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਕਿੰਤੂ ਪਰੰਤੂ ਨਹੀਂ ਕਰਨੀ ਕੋਈ ਜੋ ਹੈਗਾ ਉਹ ਸਹੀ ਹੋਈ ਆ। ਤਾਂ ਨੈਸ਼ਨਲ ਡਿਵੈਲਪਮੈਂਟ ਕੌਂਸਲ ਵੀ ਆਪਣੇ ਆਪ 'ਚ ਇੱਕ ਬੇਤੁਕੀ ਜੀ ਬੋਡੀ ਸੀਗੀ। ਹਾਂ ਬਸ ਦਿਖਾਵੇ ਲਈ ਕਿ ਮੁੱਖ ਮੰਤਰੀ ਬੁਲਾ ਲਏ ਉਹਨਾਂ ਨੂੰ ਪਾਸ ਉਹਨਾਂ ਤੋਂ ਬਿੱਲ ਪਾਸ ਕਰਾ ਲਿਆ ਪਲਾਨ ਪਾਸ ਕਰਾ ਲਿਆ ਅਗਲੇ 5 ਸਾਲ ਦਾ ਪਲਾਨ। ਤੇ ਕੋਈ ਕਹੂਗਾ ਅੱਛਾ ਇਸ ਬੋਡੀ ਨੂੰ ਤਾਂ ਕਿਸੇ ਨਾ ਕਿਸੇ ਐਕਟ ਨਾਲ ਬਣਾਇਆ ਹੋਣਾ
ਜਦੋਂ ਆਪਾਂ ਕਿਸੇ ਬੋਡੀ ਨੂੰ ਕਿਸੇ ਐਕਟ ਨਾਲ ਬਣਾ ਕੇ ਸਟੈਚੂਟਰੀ ਕਰ ਦਈਏ ਫਿਰ ਉਹਨੂੰ ਪਾਵਰਾਂ ਦੇਣੀਆਂ ਪੈਂਦੀਆਂ, ਉਹ ਕੰਮ ਕਰਨਾ ਨਹੀਂ ਸੀ ਚਾਹੁੰਦੇ। NDC 1952 ਚ ਬਣਦੀ, ਉਹ ਵੀ ਇੱਕ ਐਗਜ਼ੈਕਟਿਵ ਬੋਡੀ ਸੀ। ਇਹਦੇ ਚ ਇੱਕ PM, ਇਹਦੇ ਚ ਬਿਊਰੋਕਰੇਟ ਨਹੀਂ ਸੀਗੇ। ਇਹਦੇ ਚ ਕੌਣ ਸੀਗੇ ਭਲਾ? CMs। ਤਾਂ ਉਹ ਵਿਚਾਰੇ CM ਜਿਹੜੇ ਸੀਗੇ ਉਹ ਉਸ ਪਲਾਨ ਨੂੰ ਕੀ ਕਰ ਦਿੰਦੇ ਸੀ? ਪਾਸ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਾਡੇ ਦੇਸ਼ 'ਚ ਕਦੇ ਵੀ ਕੋਈ ਕੰਮ ਕਰਾਉਣਾ ਹੋਵੇ ਪਾਰਲੀਮੈਂਟ ਦੀ ਮਨਜ਼ੂਰੀ ਚਾਹੀਦੀ ਆ, ਸਟੈਚੂਟਰੀ ਕੰਮ ਤਾਂ ਹੋਣਾ ਚਾਹੀਦਾ ਹੈ। ਜਦੋਂ ਇਹ ਬੋਡੀ ਬਿੱਲ ਨੂੰ ਪਾਸ ਕਰ ਦਿੰਦੀ ਸੀ ਫਿਰ ਉਹੀ ਪਲਾਨ ਚਲਾ ਜਾਂਦਾ ਸੀ ਪਾਰਲੀਮੈਂਟ 'ਚ। ਕਿੱਥੇ ਚਲਾ ਜਾਂਦਾ ਸੀਗਾ? ਪਾਰਲੀਮੈਂਟ 'ਚ। ਸਭ ਤੋਂ ਪਹਿਲਾਂ ਪਲੈਨਿੰਗ ਕਮਿਸ਼ਨ ਨੂੰ ਪਲਾਨ ਬਣਾਉਂਦੀ ਸੀ, ਫਿਰ NDC ਉਹਨੂੰ ਪਾਸ ਕਰਦੀ ਸੀ ਤੇ ਉਹਦੇ ਤੇ ਮੋਹਰ ਕੌਣ ਲਾਉਂਦੀ ਸੀ? ਪਾਰਲੀਮੈਂਟ। ਪਾਰਲੀਮੈਂਟ ਤੋਂ ਬਾਅਦ ਜਾ ਕੇ ਉਹ ਪਲਾਨ ਪੂਰਾ ਤਿਆਰ ਹੋ ਕੇ ਫਿੱਟ ਹੋ ਜਾਂਦਾ ਸੀਗਾ, ਫਿਰ ਉਹ 5 ਈਅਰ ਪਲਾਨ ਚੱਲਦਾ ਸੀਗਾ। ਇਟ ਮੀਨਸ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਗੱਲ ਸਮਝ ਆ ਗਈ ਕਿ ਬੇਸਿਕਲੀ ਜਿਹੜਾ 5 ਈਅਰ ਪਲਾਨਸ ਦਾ ਕਨਸੈਪਟ ਆ ਸਾਡੇ ਦੇਸ਼ 'ਚ, ਠੀਕ ਆ, ਇਹ ਜਿਹੜਾ 5 ਈਅਰ ਪਲਾਨਸ ਦਾ ਕਨਸੈਪਟ ਸੀਗਾ ਇਹ ਚੱਲਿਆ ਕਿਵੇਂ ਆ? ਮਤਲਬ ਇਹ ਇੰਨਾ ਸਾਨੂੰ ਸਮਝ ਆ ਗਿਆ ਕਿ ਜਿਹੜਾ 5 ਈਅਰ ਪਲਾਨਸ ਸੀ ਨਾ, ਹਾਂਜੀ, ਜਿਹੜਾ 5 ਈਅਰ ਪਲਾਨਸ ਦਾ ਕਨਸੈਪਟ ਸੀਗਾ ਉਹਦੇ 'ਚ ਸਾਨੂੰ ਇਹ ਸਮਝ ਆ ਗਿਆ ਕਿ 5 ਈਅਰ ਪਲਾਨਸ ਬਣਾਉਣ ਵਾਸਤੇ ਕੀ ਬਣਿਆ? ਪਲੈਨਿੰਗ ਕਮਿਸ਼ਨ, ਚੇਅਰਮੈਨ, ਵਾਈਸ ਚੇਅਰਮੈਨ ਤੇ ਬਾਕੀ ਬਿਊਰੋਕਰੇਟਸ। ਬਿੱਲ ਨੂੰ ਉਹਨੂੰ ਪਲਾਨ ਨੂੰ ਪਾਸ ਕਰਨ ਵਾਸਤੇ ਨੈਸ਼ਨਲ ਡਿਵੈਲਪਮੈਂਟ ਕਾਉਂਸਲ 2 ਸਾਲ ਬਾਅਦ ਬਣੀ। ਫਿਰ ਉਸ ਤੋਂ ਬਾਅਦ ਕਿੱਥੋਂ ਪਾਸ ਹੁੰਦਾ ਸੀ ਪਲਾਨ? ਪਾਰਲੀਮੈਂਟ 'ਚੋਂ। ਤੇ ਜਿਹੜੀ ਪਲੈਨਿੰਗ ਕਮਿਸ਼ਨ ਸੀ ਉਹ ਵੀ ਇੱਕ ਐਗਜ਼ੈਕਟਿਵ ਬੋਡੀ ਆ, ਤੇ ਜਿਹੜੀ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਆ ਉਹ ਵੀ ਕਿਹੜੀ ਬੋਡੀ ਆ? ਇੱਕ ਐਗਜ਼ੈਕਟਿਵ ਬੋਡੀ ਆ। ਆ ਗੱਲ ਸਮਝ ਆ ਗਈ? ਇਹ ਗੱਲਾਂ ਧਿਆਨ ਰੱਖਿਓ, ਕਿਉਂਕਿ ਕੱਲ੍ਹ ਨੂੰ ਜਦੋਂ MCQs ਕਰੋਗੇ ਨਾ ਫਿਰ ਇੱਕ ਦੂਜੇ ਦੇ ਮੂੰਹ ਵੱਲ ਦੇਖੋਗੇ ਕਿ ਆਹ ਕੀ ਭਾਣਾ ਵਰਤ ਗਿਆ, ਠੀਕ ਆ, ਕਿਉਂਕਿ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਪੇਪਰ 'ਚ ਪੁੱਛੀਆਂ ਜਾਂਦੀਆਂ। ਖੈਰ, ਇਹ ਸਾਨੂੰ ਸਮਝ ਆ ਗਿਆ। ਇਸ ਤੋਂ ਬਾਅਦ ਸਾਡੇ ਦੇਸ਼ 'ਚ 5 ਈਅਰ ਪਲੈਨਿੰਗਸ ਦਾ ਕਨਸੈਪਟ ਚੱਲਿਆ। ਆਹ ਦੇਖੋ ਹੁਣ ਜਿਵੇਂ ਤੁਹਾਡੇ ਸਾਹਮਣੇ ਆਏ ਗੱਲ ਕਿ ਸਾਡੇ ਦੇਸ਼ 'ਚ ਪਹਿਲਾ 5 ਈਅਰ ਪਲਾਨ ਜਿਹੜਾ ਸੀਗਾ ਉਹ ਆ ਸੀਗਾ। 5 ਈਅਰ ਪਲਾਨ ਦਾ ਮਤਲਬ ਕੀ ਆ? ਕਨਸੈਪਟ ਕੀ ਸੀਗਾ? ਦੇਖੋ 1951 ਤੋਂ ਲੈ ਕੇ 1956 ਤੱਕ ਪਹਿਲਾ 5 ਈਅਰ ਪਲਾਨ ਆ। ਪੇਪਰ 'ਚ ਹਰ 5 ਈਅਰ ਪਲਾਨ ਤੋਂ ਲੈ ਕੇ ਕੋਈ ਨਾ ਕੋਈ ਸਵਾਲ ਬਣਦਾ ਹੈ। ਹਾਂ, ਮਤਲਬ ਹਰ 5 ਈਅਰ ਪਲਾਨ 'ਚੋਂ ਕੁਛ ਨਾ ਕੁਛ ਦਾ ਸਵਾਲ ਜਿਹੜਾ ਹੈ ਉਹ ਬਣਦਾ ਹੀ ਬਣਦਾ ਹੈ। ਦੇਖੋ ਇਹ ਗੱਲ ਬੜੀ ਕਲੀਅਰ ਆ, ਸਮਝਣ ਵਾਲੀ, ਕਿ ਫਸਟ 5 ਈਅਰ ਪਲਾਨ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਦਿਮਾਗ 'ਚ ਇੱਕ ਬਹੁਤ ਗੱਲ ਅਜੀਬ ਚੱਲ ਰਿਹਾ ਸੀ ਕੰਮ, ਕਿ ਅਸੀਂ ਆਪਣੀ ਇੰਡਸਟਰੀ ਨੂੰ ਗਰੋ ਕਰਾਈਏ ਕਿ ਖੇਤੀਬਾੜੀ ਨੂੰ। ਬੜੀ ਕਨਫਿਊਜ਼ਨ। ਉਸ ਟਾਈਮ ਬੜੇ ਤਗੜੇ ਇਕਨੋਮਿਸਟ ਪੂਰੀ ਦੁਨੀਆ 'ਚ ਇਕਨੋਮਿਕਸ ਦੀਆਂ ਕਿਤਾਬਾਂ ਲਿਖ ਰਹੇ ਸੀਗੇ। ਉਸ ਟਾਈਮ ਇੱਕ ਮਾਡਲ ਬੜਾ ਕਾਮਯਾਬ ਸੀਗਾ, ਹੈਰਡ ਡੋਮਰ ਮਾਡਲ। ਕਿਹੜਾ ਸੀ? ਹੈਰਡ ਡੋਮਰ ਮਾਡਲ। ਕਿਤੇ ਲਿਖਿਆ ਕਿ ਸਾਡਾ ਫਸਟ 5 ਈਅਰ ਪਲਾਨ ਉਹਦੇ ਬੇਸ ਤੇ ਸੀ? ਨਹੀਂ ਲਿਖਿਆ। ਆ ਲਿਖਿਆ ਹੋਇਆ ਹੈਰਡ ਡੋਮਰ ਮਾਡਲ। ਇਹ ਹੈਰਡ ਡੋਮਰ ਮਾਡਲ ਕੀ ਸੀਗਾ? ਇਹ ਮਾਡਲ ਇਹ ਕਹਿੰਦਾ ਹੈ ਕਿ ਬਈ ਕਿਸੇ ਵੀ ਸਰਕਾਰ ਨੇ ਜੇ ਕੋਈ ਭਲਾ ਕਰਨਾ ਹੈ ਨਾ ਤਾਂ ਸਰਕਾਰ ਨੂੰ ਲੋਕਾਂ 'ਚ ਕੈਪੀਟਲ ਲਾਉਣੀ ਚਾਹੀਦੀ ਹੈ। ਮੈਨੂੰ ਇੱਕ ਗੱਲ ਦੱਸੋ, ਮੰਨ ਲਓ ਮੈਂ ਚਾਹੁੰਦਾ ਕਿ ਪੰਜਾਬ ਗਰੋ ਕਰੇ, ਠੀਕ ਆ, ਕੀ ਸਰਕਾਰ ਨੂੰ ਪੰਜਾਬ 'ਚ ਨੌਕਰੀਆਂ ਵੱਧ ਤੋਂ ਵੱਧ ਜਨਰੇਟ ਕਰਨੀਆਂ ਚਾਹੀਦੀਆਂ? ਕੀ ਉਹਦੇ ਨਾਲ ਪੰਜਾਬ ਦੀ ਇਕਨੋਮੀ ਟਰੈਕ ਤੇ ਚੜੂਗੀ? 100%। ਨੌਕਰੀਆਂ ਨਿਕਲਣਗੀਆਂ, ਨੌਕਰੀਆਂ ਲਓਗੇ, ਨੌਕਰੀ ਲੈ ਕੇ ਤੇ ਉੱਪਰੋਂ ਰੱਬ ਦੀ ਮਿਹਰ ਨਾਲ ਜੇ ਪਹਿਲੇ ਸਾਲ ਦੀ ਤਨਖਾਹ ਪੂਰੀ ਕਰ ਦੇਣ ਜਾਂ ਪਹਿਲੇ ਮਹੀਨੇ ਦੀ ਤਨਖਾਹ ਪੂਰੀ ਕਰ ਦੇਣ, ਠੀਕ ਆ, ਤਨਖਾਹ ਪੂਰੀ ਹੋਣ ਦਾ ਮਤਲਬ ਦਿਮਾਗ ਖਰਾਬ ਹੋਣਾ, ਮਤਲਬ ਪੈਸੇ ਆਉਣੇ, ਠੀਕ ਆ, ਪੈਸੇ ਆਉਣਗੇ ਤੇ ਪੈਸੇ ਖਰਚੋਗੇ, ਪੈਸੇ ਖਰਚੋਗੇ ਤਾਂ ਕਿਸੇ ਨਾ ਕਿਸੇ ਤੋਂ ਤਾਂ ਸਮਾਨ ਲੈ ਕੇ ਆਓਗੇ, ਉਹਦੇ ਘਰ ਦੀ ਇਕਨੋਮੀ ਚਲਾ ਦੋਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੱਕ ਤੁਸੀਂ ਖੁਦ ਇਨਵੈਸਟ ਨਹੀਂ ਕਰਦੇ ਉਦੋਂ ਤੱਕ ਤੁਸੀਂ ਲੋਕਾਂ ਤੋਂ ਉਮੀਦ ਕਰ ਹੀ ਨਹੀਂ ਸਕਦੇ। ਸਾਡੇ ਪੰਜਾਬ ਹਰਿਆਣੇ 'ਚ ਵੈਸੇ ਮੈਨੂੰ ਇਹ ਨਹੀਂ ਪਤਾ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਨਾਲ ਸੈਂਟਰ ਹਮੇਸ਼ਾ ਤੋਂ ਧੱਕਾ ਕਰਦਾ ਰਿਹਾ, ਠੀਕ ਆ। 1950 ਤੋਂ ਲੈ ਕੇ 55 ਤੱਕ ਜਦੋਂ ਸਭ ਤੋਂ ਪਹਿਲੀ ਵਾਰ ਨਹਿਰਾਂ ਬਣੀਆਂ ਨਾ ਤਾਂ ਉਹਦੇ ਵਾਸਤੇ ਇੰਡੀਆ ਦਾ ਕੋਈ ਏਰੀਆ ਨਹੀਂ ਚੁਣਿਆ ਗਿਆ।
ਪੰਜਾਬ ਹੀ ਚੁਣਿਆ ਗਿਆ, ਸਾਡੇ ਹੀ ਨਹਿਰਾਂ ਬਣੀਆਂ, ਸਾਡੇ ਵੱਲ ਹੀ ਭਾਖੜਾ ਰੰਗਲ ਪ੍ਰੋਜੈਕਟ ਬਣਿਆ, ਜਿਹਨੂੰ ਲੈ ਕੇ ਹੁਣ ਅਸੀਂ ਇਹ ਕਹਿ ਰਹੇ ਹਾਂ ਕਿ ਉਹ 'ਚ ਸਾਡੇ ਅਫਸਰਾਂ ਨੂੰ ਕਿਉਂ ਕੱਢਦਾ। ਉਹ ਜਦੋਂ ਤੱਕ ਸਾਡੇ ਅਫਸਰ ਉਸ ਮੈਨੇਜਮੈਂਟ ਬੋਰਡ 'ਚ ਬੈਠੇ ਸੀ ਉਦੋਂ ਇਹੋ ਜਿਹਾ ਇਹਨਾਂ ਨੇ ਕੀ ਕਰ ਲਿਆ ਜਿਹੜਾ ਹੁਣ ਰਹਿ ਜਾਊਗਾ। ਤਾਂ ਅਸਲ 'ਚ ਇਹ ਸੀਗਾ ਕਿ ਸਿਰਫ ਇੱਕ ਬਿਊਰੋਕ੍ਰੇਸੀ, ਹਾਂ ਪੰਜਾਬ ਦਾ ਜਿਹੜਾ ਉੱਥੇ ਚੀਫ ਇੰਜੀਨੀਅਰ ਸੀਗਾ, ਠੀਕ ਆ, ਹੁਣ ਉਹਦੀ ਜਗ੍ਹਾ ਤੇ ਚੀਫ ਇੰਜੀਨੀਅਰ ਜਿਹੜਾ ਹੈ ਉਹ ਸੈਂਟਰ ਦੀ PSU 'ਚੋਂ ਆਇਆ ਕਰੂਗਾ। ਫਰਕ ਸਿਰਫ ਇੰਨਾ ਪਿਆ ਹੈ। ਹਾਂ ਇਹ ਗੱਲ ਜ਼ਰੂਰ ਆ ਕਿ ਫੈਡਰਲਿਜ਼ਮ ਤੇ ਇੱਕ ਡਾਕਾ ਹੈ, ਬਟ ਗੱਲ ਸਿਰਫ ਇਹ ਆ ਕਿ ਸਾਨੂੰ ਪਤਾ ਤਾਂ ਹੋਵੇ ਕਿ ਉਹ ਪਹਿਲਾਂ ਜਿਹੜਾ ਪੰਜਾਬ ਵੱਲੋਂ ਚੀਫ ਇੰਜੀਨੀਅਰ ਸੀਗਾ ਉੱਥੇ ਉਹ ਇਹੋ ਜਿਹਾ ਕੀ ਕਰ ਲੈਂਦਾ ਸੀਗਾ। ਘੱਟੋ ਘੱਟ ਮੈਂ ਇਹ ਕਹਿੰਦਾ ਕਿ ਸਾਨੂੰ ਇਹ ਤਾਂ ਪਤਾ ਹੋਵੇ ਕਿ ਉਹ ਪਹਿਲਾਂ ਘੱਟੋ ਘੱਟ ਬੋਰਡ 'ਚ ਪੰਜਾਬ ਵਾਸਤੇ ਕੀ ਕਰਦਾ ਸੀਗਾ ਜਿਹੜਾ ਉਹ ਹੁਣ ਨਹੀਂ ਹੋਊਗਾ, ਠੀਕ ਆ। ਜਾਂ ਐਵੇਂ ਸੀਗਾ ਕਿ ਉਹ ਕੱਲੀ ਕੱਲੀ ਬੂੰਦ ਦੇਖਦਾ ਸੀ ਪੰਜਾਬ ਵੱਲ ਪਾਣੀ ਦੇ ਆਉਣ ਦੀ, ਕਿ ਪੰਜਾਬ ਵੱਲ, ਨਾਲੇ ਉਹਨਾਂ ਨੇ ਇਹ ਕਹਿਤਾ ਕਿ ਹੁਣ ਨਾ ਤਾਂ ਪੰਜਾਬ ਦਾ ਬੈਠੂਗਾ ਤੇ ਨਾ ਹਰਿਆਣੇ ਦਾ ਬੈਠੂਗਾ, ਜਿਹੜੇ ਦੋ ਸੀਗੇ ਮੇਨ, ਕਿ ਉਹ ਕੋਈ ਵੀ ਨਹੀਂ ਬੈਠੂਗਾ। ਹੁਣ ਸੈਂਟਰ ਦੀ ਜਿਹੜੀ ਸੈਂਟਰ ਪਬਲਿਕ ਜਿਹੜੇ ਤਾਂ ਬੰਦੇ ਤੁਹਾਡੇ ਚੋਂ ਜਾਂ ਜਿਹੜੇ ਲੋਕ ਮੈਨੂੰ ਸੁਣਨਗੇ ਤੇ ਉਹ ਜਾਣਦੇ ਆ, ਉਹ ਇੰਨਾ ਜਿਹੜੇ ਕੰਮ ਕਰਨ ਵਾਲੇ ਆ, ਠੀਕ ਆ, ਟੈਕਨੀਕਲ ਮਹਿਕਮੇ ਵਾਲੇ, ਉਹ ਇਹ ਵੀ ਗੱਲ ਜਾਣਦੇ ਆ ਕਿ ਇੱਕ ਸਟੇਟਾਂ ਦੇ ਜੇਈ ਹੁੰਦੇ ਆ ਤੇ ਇੱਕ ਸੈਂਟਰ ਸਰਕਾਰ ਦੇ ਵੀ ਜੇਈ ਹੁੰਦੇ ਆ, ਇੱਕ ਸਟੇਟਾਂ ਦੇ SDO ਹੁੰਦੇ ਆ, ਇੱਕ ਸੈਂਟਰ ਸਰਕਾਰ ਦੇ ਮਹਿਕਮਿਆਂ ਦੇ ਵੀ SDO ਹੁੰਦੇ ਆ। ਸਭ ਨੂੰ ਪਤਾ ਹੈ ਕਿ ਜ਼ਿਆਦਾ ਪ੍ਰੋਫੈਸ਼ਨਲ ਕੌਣ ਹੁੰਦੇ ਆ, ਠੀਕ ਆ, ਉਹ ਕਹਿਣ ਦੀ ਨਹੀਂ ਲੋੜ ਮੈਨੂੰ। ਤੇ ਜਿਨ੍ਹਾਂ ਨੂੰ ਕਿਹਾ ਗਿਆ ਹੈ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਸਾਨੂੰ ਕਿਹਾ ਗਿਆ ਹੈ ਤੇ ਵਾਕਈ ਇਹ ਗੱਲ ਸੱਚ ਵੀ ਹੈ, ਠੀਕ ਆ। ਕਿਸੇ ਨਾਲ ਘੂਰ ਕੇ, ਕਿਸੇ ਨੂੰ ਦਬਕ ਕੇ ਕਿਸੇ ਗੱਲ ਨੂੰ ਬਦਲਿਆ ਥੋੜਾ ਜਾ ਸਕਦਾ ਹੈ, ਪਰ ਸੱਚ ਆ। ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਆ, ਅਸੀਂ ਇਹੋ ਜਿਹੇ ਕਾਰਨਾਂ 'ਚ ਕਦੀ ਜਾਂਦੇ ਹੀ ਨਹੀਂ। ਅਸੀਂ ਸਿਰਫ ਇਹ ਦੇਖਦੇ ਹਾਂ ਕਿ ਮੇਰੇ ਤੋਂ ਕੰਮ ਖੋਇਆ ਗਿਆ, ਇਹਦਾ ਮਤਲਬ ਸਾਡੇ ਹੱਕ ਖੋਲੇ ਗਏ। ਸਾਡੇ ਤੋਂ ਕੰਮ ਖੋਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੋਊਗਾ ਕਿ ਅਸੀਂ ਇੰਨੇ ਪ੍ਰੋਫੈਸ਼ਨਲ ਨਹੀਂ ਗਏ ਜਿੰਨਾ ਉਹ ਪ੍ਰੋਫੈਸ਼ਨਲ ਹੋਊਗਾ ਜਿਹਨੂੰ ਉਹ ਕੰਮ ਦਿੱਤਾ ਗਿਆ, ਠੀਕ ਆ। ਹਾਂ, ਜਿੱਦਣ ਅਸੀਂ ਪ੍ਰੋਫੈਸ਼ਨਲਿਜ਼ਮ ਦੀ ਕਸੌਟੀ ਤੇ ਖਰੇ ਉਤਰੇ ਆ, ਉਦਣ ਅਸੀਂ ਅੜ ਕੇ ਕਹਿ ਸਕਦੇ ਹਾਂ ਕਿ ਸਾਡੇ ਤੋਂ ਕੰਮ ਖੋਇਆ ਗਿਆ, ਦੱਸੋ ਕਿਉਂ ਖੋਇਆ ਗਿਆ। ਤਾਂ ਖੈਰ ਅਸੀਂ ਆਪਣੇ ਮੁੱਦੇ ਤੇ ਵਾਪਸ ਆਉਣੇ ਆ। ਇਹ ਜਿਹੜੀ 5 ਈਅਰ ਪਲੈਨਿੰਗ 'ਚ ਪਹਿਲਾ ਕਨਸੈਪਟ ਸੀ ਨਾ, ਹੈਰਡ ਡੋਮਰ ਮਾਡਲ ਆ ਜੀ। ਹੈਰਡ ਡੋਮਰ ਕਹਿ ਕੇ ਗਏ ਨੇ ਕਿ ਜਦੋਂ ਤੱਕ ਸਰਕਾਰ ਖਰਚਾ ਨਹੀਂ ਕਰੂਗੀ ਉਦੋਂ ਤੱਕ ਵਿਕਾਸ ਨਹੀਂ ਹੋਊਗਾ। ਮੈਨੂੰ ਇਹ ਦੱਸੋ, ਪੰਜਾਬ ਦੇ ਵਿੱਚ ਨਹਿਰਾਂ ਤੇ ਇਰੀਗੇਸ਼ਨ ਤੇ ਸਰਕਾਰ ਨੇ ਨਜਾਇਜ਼ ਪੈਸਾ ਖਰਚਿਆ, ਵਧੀਆ, ਤੇ ਕੀ ਇਹਦਾ ਨਤੀਜਾ ਗ੍ਰੀਨ ਰੈਵੋਲੂਸ਼ਨ ਦੇ ਰੂਪ 'ਚ ਸਾਨੂੰ ਮਿਲਿਆ ਨਹੀਂ? ਹਾਂ, ਅਸੀਂ ਉਸ ਗ੍ਰੀਨ ਰੈਵੋਲੂਸ਼ਨ ਨੂੰ ਸਹੀ ਤਰੀਕੇ ਨਾਲ ਵਰਤਿਆ ਹੁੰਦਾ ਤਾਂ ਸ਼ਾਇਦ ਅੱਜ ਅਸੀਂ ਆਪਣੀ ਜ਼ਮੀਨ ਨੂੰ ਗੰਦੇ ਹੋਣ ਤੋਂ ਵੀ ਬਚਾ ਲੈਂਦੇ। ਜੇ ਅੱਜ ਸਰਕਾਰ ਸਾਡੇ 'ਚ ਇੰਨਾ ਪੈਸਾ ਲਾ ਦੇ ਕਿ ਅੱਜ ਜੇ ਸਰਕਾਰ, ਭਾਰਤ ਸਰਕਾਰ ਸਾਡੇ 'ਚ ਇੰਨਾ ਕੁ ਪੈਸਾ ਇਨਵੈਸਟ ਕਰ ਦੇ ਕਿ ਬਈ ਤੁਸੀਂ ਆਪਣੀ ਪਰਾਲੀ ਨੂੰ ਸਾੜਨਾ ਨਹੀਂ, ਤਾਂ ਉਹਦੇ ਨਾਲ ਅਸੀਂ ਇਸ ਸੰਕਟ 'ਚੋਂ ਵੀ ਨਿਕਲ ਜਾਵਾਂਗੇ। ਇਹਦਾ ਮਤਲਬ ਇਹ ਆ ਕਿ ਸਰਕਾਰ ਦੀ ਇਨਵੈਸਟਮੈਂਟ ਜ਼ਰੂਰੀ ਆ। ਅੱਜ ਸਰਕਾਰ ਸਾਨੂੰ ਰੌਲਾ ਪਾ ਰਹੀ ਹੈ ਕਿ ਬਈ ਪਰਾਲੀ ਨਹੀਂ ਸਾੜਨੀ, ਕੁਛ ਨਹੀਂ ਕਰਨਾ, ਪਰ ਅਸੀਂ ਫਿਰ ਸਾੜ ਰਹੇ ਹਾਂ। ਹਰਿਆਣੇ 'ਚ ਇਸ ਤੋਂ ਉਲਟ ਸਰਕਾਰ ਨੇ ਬਹੁਤ ਡਿਸਕਾਊਂਟ ਤੇ ਮਸ਼ੀਨਾਂ ਦੇਤੀਆਂ ਤੇ ਹਰ ਕਿਸਾਨ ਨੂੰ ਇਹ ਕਹਿਤਾ ਕਿ 500 ਜਾਂ 700 ਰੁਪਈਆ ਤੈਨੂੰ ਮਿਲੂਗਾ ਉਹਨੂੰ ਇਕੱਠੇ ਕਰਾਉਣ ਦਾ, ਠੀਕ ਆ। ਲੋਕ ਸਾੜਨ ਦੀ ਬਜਾਏ ਇਕੱਠੇ ਕਰਵਾ ਰਹੇ ਆ ਤੇ ਉੱਪਰੋਂ ਇਹ ਵੀ ਕਹਿਤਾ ਕਿ ਫੇਰ ਚਲਾਨ ਕੱਟਾਂਗੇ ਅਸੀਂ ਜੇ ਹੁਣ ਵੀ ਸਾੜੀ ਤਾਂ। ਇਟ ਮੀਨਸ ਸਰਕਾਰ ਦੀ ਇਨਵੈਸਟਮੈਂਟ ਨਾਲ ਸਭ ਕੁਝ ਠੀਕ ਹੋ ਸਕਦਾ, ਇਹ ਮੰਨਦੇ ਆ। ਇਹੀ ਹੈਰਡ ਡੋਮਰ ਮਾਡਲ ਸੀਗਾ। ਪਹਿਲੇ 5 ਈਅਰ ਪਲਾਨ 'ਚ ਭਾਖੜਾ ਨੰਗਲ ਪ੍ਰੋਜੈਕਟ, ਮਹਾਨਦੀ ਦੇ ਪ੍ਰੋਜੈਕਟ ਤੇ ਹੋਰ ਤਗੜੇ ਇਨਵੈਸਟ ਪ੍ਰੋਜੈਕਟ ਜਿਹੜੇ ਸੀਗੇ, ਉਹ ਇਸੇ ਗੱਲ ਦਾ ਸਬੂਤ ਆ ਕਿ ਸਰਕਾਰ ਇਰੀਗੇਸ਼ਨ 'ਚ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਨਾ ਚਾਹੁੰਦੀ ਸੀ। ਸਰਕਾਰ ਇਰੀਗੇਸ਼ਨ 'ਚ ਬਹੁਤ ਵੱਡੇ ਲੈਵਲ ਤੇ, ਕਿਉਂਕਿ ਸਰਕਾਰ ਇਸ ਮਾਡਲ ਤੇ ਕੰਮ ਕਰਨਾ ਚਾਹੁੰਦੀ ਸੀ। ਬੇਸਿਕਲੀ ਮਾਡਲ ਕਿਹੜਾ ਹੈ? ਹੈਰਡ ਡੋਮਰ ਮਾਡਲ। ਤੇ ਤੁਸੀਂ ਇਹ ਹਿਸਾਬ ਲਾ ਕੇ ਦੇਖੋ ਕਿ ਫਸਟ 5 ਈਅਰ ਪਲਾਨ 1951 ਤੋਂ ਲੈ ਕੇ 1956 ਤੱਕ ਚੱਲਿਆ, 5 ਸਾਲ। ਇਹਨਾਂ 5 ਸਾਲਾਂ 'ਚ ਇਰੀਗੇਸ਼ਨ ਤੇ ਸਰਕਾਰ ਨੇ ਬਹੁਤ ਜ਼ਿਆਦਾ ਪੈਸਾ ਇਨਵੈਸਟ ਕੀਤਾ, ਠੀਕ ਆ। ਤੇ ਸਰਕਾਰ ਜਿਹੜੀ ਸੀਗੀ ਉਹਨੇ ਇਹਨਾਂ 5 ਸਾਲਾਂ 'ਚ ਸਰਕਾਰ ਨੇ ਉਮੀਦ ਰੱਖੀ ਸੀ ਕਿ ਅਸੀਂ ਗਰੋ ਕਰਾਂਗੇ 2.1% ਤੇ। ਕਿੰਨੇ ਪਰਸੈਂਟ ਤੇ? ਕਿ ਅਸੀਂ ਅਗਲੇ 5 ਸਾਲ 2% ਦੇ ਹਿਸਾਬ ਨਾਲ ਗਰੋ ਕਰਨਾ ਹੈ। ਪਰ ਪਹਿਲਾ 5 ਈਅਰ ਪਲਾਨ ਦੀ ਸਕਸੈਸ ਦੇਖੋ, ਸਕਸੈਸ ਗਰੋ ਕਿੰਨੇ ਤੇ ਕੀਤੇ? 3.6 ਤੇ। ਅਸੀਂ 2.5 ਤੇ ਗਰੋ ਕਰਨ ਦਾ ਸੋਚਿਆ ਸੀਗਾ, ਪਰ ਸਾਡੀ ਗਰੋਥ ਕਿੰਨੀ ਰਹੀ ਹੈ? 3.6। ਹੈਰਡ ਡੋਮਰ ਇਸ ਪਲਾਨ ਨੂੰ ਤਿਆਰ ਕੀਤਾ ਸੀ KN ਰਾਜ ਨੇ। ਕਿਹਨੇ ਤਿਆਰ ਕੀਤਾ ਸੀ? KN ਰਾਜ ਨੇ ਇਸ ਪਲਾਨ ਨੂੰ ਤਿਆਰ ਕਰਿਆ ਸੀਗਾ। ਤੇ ਸਭ ਤੋਂ ਇੰਪੋਰਟੈਂਟ ਗੱਲ, ਇਸ 5 ਈਅਰ ਪਲਾਨ ਤੱਕ ਪੰਡਿਤ ਜਵਾਹਰ ਲਾਲ ਨਹਿਰੂ ਇੱਕ ਮਨ ਬਣਾ ਚੁੱਕੇ ਸੀਗੇ ਕਿ ਅਸੀਂ ਆਪਣੇ ਦੇਸ਼ 'ਚ ਪੰਚਾਇਤਾਂ ਨੂੰ ਪਾਵਰਾਂ ਦੇਣੀਆਂ। ਹੁਣ ਤੁਸੀਂ ਕਹੋਗੇ ਫਸਟ 5 ਈਅਰ ਪਲਾਨ ਆਇਆ ਸਾਡਾ 1951-52 'ਚ, 1950 'ਚ ਅਸੀਂ ਉਹ ਬਣਾਇਆ ਹੈ ਕਨਸਟੀਟਿਊਸ਼ਨ। ਜੇ ਪੰਚਾਇਤਾਂ ਨੂੰ ਪਾਵਰਾਂ ਦੇਣੀਆਂ ਹੀ ਸੀ ਤਾਂ 1950 'ਚ ਕਨਸਟੀਟਿਊਸ਼ਨ 'ਚ ਹੀ ਕਿਉਂ ਨਹੀਂ ਦੇ ਕੇ ਗਏ? 1950 'ਚ ਕਨਸਟੀਟਿਊਸ਼ਨ 'ਚ ਪੰਚਾਇਤੀ ਰਾਜ ਦਾ ਜ਼ਿਕਰ ਇੱਕ ਜਗ੍ਹਾ ਤੇ ਸੀ, ਉਹ ਵੀ ਹਲਕਾ ਜਿਹਾ।
ਅਸੀਂ ਅੱਜ ਪਿੰਡਾਂ ਦੀਆਂ ਪੰਚਾਇਤਾਂ ਦੇਖਦੇ ਹਾਂ, ਪੰਚਾਇਤਾਂ ਦੀ ਮਜ਼ਬੂਤੀ ਦੇਖਦੇ ਹਾਂ, ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇਖਦੇ ਹਾਂ। ਆਉਣ ਵਾਲੀਆਂ ਜੁਲਾਈ 'ਚ ਮਾਹੌਲ ਬਣੂਗਾ ਫਿਰ, ਠੀਕ ਆ। ਜੁਲਾਈ ਨਹੀਂ ਹੋਊਗੀ, ਅਗਸਤ ਸਤੰਬਰ ਤੱਕ ਆ ਜਾਣਗੀਆਂ, ਠੀਕ ਆ। ਦੇਖਦੇ ਹਾਂ ਕਿ ਐਤਕੀ ਸਰਕਾਰ ਕਿਹੜੀ ਆਉਂਦੀ ਆ। ਤੇ ਫਿਰ ਕਿਉਂਕਿ ਇੱਕ ਸਰਕਾਰ ਦਾ ਲਿਟਮਸ ਟੈਸਟ ਹੁੰਦਾ ਪੰਚਾਇਤਾਂ। ਜਿਹੜੀ ਸਰਕਾਰ, ਅਸੀਂ ਹੁਣ ਤੱਕ ਦੀਆਂ ਸਰਕਾਰਾਂ ਤੋਂ ਤਜਰਬਾ ਲਿਆ ਕਿ ਜਿਨ੍ਹਾਂ ਦੀ ਪੰਜਾਬ 'ਚ ਸਰਕਾਰ ਹੁੰਦੀ ਆ ਉਹਨਾਂ ਦੀਆਂ ਪੰਚਾਇਤਾਂ ਹੁੰਦੀਆਂ, ਠੀਕ ਆ। ਪਹਿਲੀ ਗੱਲ ਤਾਂ ਅਸੀਂ ਇਹ ਦੇਖਦੇ ਆ ਕਿ ਜੇ ਤਾਂ ਪੁਰਾਣੀਆਂ 2 ਸਰਕਾਰਾਂ 'ਚੋਂ ਕੋਈ ਸਰਕਾਰ ਆ ਗਈ ਫਿਰ ਤਾਂ ਸਾਨੂੰ ਉਹੀ ਮਾਡਲ 'ਤੇ ਚੱਲਣਾ ਪਊਗਾ। ਜੇ ਨਵੀਂ ਸਰਕਾਰ ਆ ਗਈ ਫਿਰ ਇਹ ਉਹਨਾਂ ਦਾ ਲਿਟਮਸ ਟੈਸਟ ਆ ਕਿ ਉਹ ਪੰਚਾਇਤਾਂ ਨੂੰ ਡੀਸੈਂਟਰਲਾਈਜ਼, ਕਿਉਂਕਿ ਕੇਜਰੀਵਾਲ ਜੀ ਨੂੰ ਬਸ ਅਸੀਂ ਇੱਕ ਗੱਲ ਯਾਦ ਕਰਾਵਾਂਗੇ ਕਿ ਤੁਹਾਡੀ ਇੱਕ ਕਿਤਾਬ ਸੀ, ਉਹਦਾ ਨਾਮ ਸਵਰਾਜ ਸੀ, ਤੇ ਸਵਰਾਜ ਦੀ ਅੰਗਰੇਜ਼ੀ ਹੁੰਦੀ ਆ ਡੀਸੈਂਟਰਲਾਈਜ਼ੇਸ਼ਨ, ਕਿ ਅਸੀਂ ਪਿੰਡਾਂ ਦੇ ਲੋਕਾਂ ਨੂੰ, ਸ਼ਹਿਰਾਂ ਦੇ ਲੋਕਾਂ ਨੂੰ ਪਾਵਰਾਂ ਦੇਵਾਂਗੇ ਕਿ ਤੁਸੀਂ ਆਪਣੇ ਲੈਵਲ 'ਤੇ ਕੰਮ ਕਰੋ, ਠੀਕ ਆ। ਤਾਂ ਜੇ ਉਹ ਨਹੀਂ ਆਏ, ਠੀਕ ਆ, ਫਿਰ ਤਾਂ ਚਲੋ ਉਹਨਾਂ ਦੀ ਟੈਨਸ਼ਨ ਹੀ ਖਤਮ ਆ। ਪਰ ਜੇ ਉਹ ਸੱਤਾ 'ਚ ਆਉਂਦੇ ਆ ਤਾਂ ਫਿਰ ਜੁਲਾਈ 'ਚ ਆਉਣ ਵਾਲੀਆਂ ਪੰਚਾਇਤਾਂ ਦੀਆਂ ਚੋਣਾਂ ਉਹਨਾਂ ਵਾਸਤੇ ਇੱਕ ਬੜਾ ਤਗੜਾ ਲਿਟਮਸ ਟੈਸਟ ਹੋਊਗਾ ਕਿ ਕੀ ਉਹ ਪਾਵਰ, ਪੰਚਾਇਤਾਂ ਨੂੰ ਪਾਵਰਾਂ ਦਿੰਦੇ ਆ। ਹੁਣ ਆਖਰ ਇਹ ਪੰਚਾਇਤਾਂ ਨੂੰ ਪਾਵਰਾਂ 1950 'ਚ ਕਿਉਂ ਨਹੀਂ ਦਿੱਤੀਆਂ ਗਈਆਂ? ਕਿਉਂਕਿ ਕੌਨਸਟੀਟਿਊਸ਼ਨ ਮੇਕਰ ਕੌਣ ਸੀਗੇ? B.R. ਅੰਬੇਦਕਰ ਸਾਹਿਬ। ਤੇ B.R. ਅੰਬੇਦਕਰ ਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਜਿਸ ਸਮਾਜ ਨੂੰ ਬਿਲੋਂਗ ਕਰਦਾ ਹਾਂ ਜਾਂ ਰਿਪਰੈਜ਼ੈਂਟ ਕਰਦਾ, ਦਲਿਤ ਸਮਾਜ, ਸ਼ਡਿਊਲ ਕਾਸਟ ਭਾਈਚਾਰਾ, ਉਹਨਾਂ ਨੂੰ ਪਿੰਡਾਂ ਦੇ ਵਿੱਚ ਜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਾਵਰਾਂ ਦੇਤੀਆਂ ਤੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਲੀਡਰ ਜਿਹੜੇ ਆ ਉਹ ਉੱਚੀ ਕਾਸਟ ਵਾਲੇ ਹੋਣਗੇ ਤੇ ਉਹਨਾਂ ਨੇ ਕਦੀ ਵੀ ਦਲਿਤ ਵਰਗ ਨੂੰ ਉੱਠਣ ਨਹੀਂ ਦੇਣਾ। ਇਸ ਕਰਕੇ ਪੰਚਾਇਤਾਂ ਨਾਮ ਦਾ ਕੋਈ ਕਨਸੈਪਟ ਹੋਣਾ ਹੀ ਨਹੀਂ ਚਾਹੀਦਾ। ਤਾਂ ਉਹਨਾਂ ਦੇ ਦਬਾਅ ਪਾਉਣ ਤੇ ਪੰਚਾਇਤਾਂ ਨੂੰ 1950 'ਚ ਸੰਵਿਧਾਨ ਦੇ ਵਿੱਚ ਕੌਨਸਟੀਟਿਊਸ਼ਨਲ ਦਰਜਾ ਨਹੀਂ ਸੀ ਦਿੱਤਾ ਗਿਆ। ਤੇ ਸ਼ਾਇਦ ਉਹ ਗੱਲ ਸਹੀ ਵੀ ਸੀ। ਇਹਦੀ ਜੀਂਦੀ ਜਾਗਦੀ ਐਗਜ਼ਾਮਪਲ ਹੁਣ 1990 ਤੋਂ ਬਾਅਦ ਜਦੋਂ ਪੰਚਾਇਤਾਂ ਨੂੰ ਇਹ ਦਰਜਾ ਮਿਲਿਆ ਹੈ, ਠੀਕ ਆ। ਪੰਚਾਇਤਾਂ ਨੂੰ ਦਰਜਾ 1990-91 'ਚ ਹੀ ਮਿਲਿਆ ਜਾ ਕੇ। ਉਸ ਤੋਂ ਬਾਅਦ 91-92 'ਚ ਉਸ ਤੋਂ ਬਾਅਦ ਪੰਚਾਇਤਾਂ ਦੇ ਵਿੱਚ 50% ਜਾਂ 33% ਰਿਜ਼ਰਵੇਸ਼ਨ ਕੁੜੀਆਂ ਨੂੰ ਆ, ਲੇਡੀਜ਼ ਨੂੰ ਆ, ਠੀਕ ਆ। ਕਿੰਨੇ ਕੁ ਪਿੰਡਾਂ ਨੇ ਸਰਪੰਚ ਲੇਡੀਜ਼ ਬਣਾ ਲਈਆਂ? ਹੁਣ ਇੱਕ ਗੱਲ ਦੱਸੋ, ਇੱਕ ਪਿੰਡ 'ਚ ਲੇਡੀ ਸਰਪੰਚ ਹੁੰਦੀ ਆ ਵਿਚਾਰੀ, ਠੀਕ ਆ। ਉਹ ਵਿਚਾਰੀ ਨੂੰ ਆਪ ਹੀ ਨਹੀਂ ਪਤਾ ਹੁੰਦਾ ਕਿ ਮੈਂ ਇਸ ਪਿੰਡ ਦੀ ਸਰਪੰਚ ਆ। ਉਹ ਸਰਪੰਚ ਦੀ ਘਰ ਵਾਲੀ ਵੱਜੀ ਜਾਂਦੀ ਹੈ। ਮਤਲਬ 5 ਸਾਲ ਉਹਨੂੰ ਇਹੀ ਨਹੀਂ ਪਤਾ ਲੱਗਦਾ ਕਿ ਮੈਂ ਸਰਪੰਚ ਆ, ਠੀਕ ਆ। ਐਡੇ ਨਲਾਇਕ ਪੱਤਰਕਾਰ ਕੀ ਪੁੱਛੇ ਗਏ ਸਿੱਧੂ ਮੂਸੇਵਾਲੇ ਨੂੰ ਕਿ MLA ਬਣ ਕੇ ਕੀ ਕਰੋਗੇ? ਕਹਿੰਦਾ ਇੰਨਾ ਚਿਰ ਹੋ ਗਿਆ ਸਰਪੰਚੀ ਕਰਦਿਆਂ ਨੂੰ, ਫਿਰ MLA ਵੀ ਬਣ ਜਾਾਂਗੇ। ਉਹ ਮਹਾਰਾਜ, ਤੈਨੂੰ ਹਜੇ ਤੱਕ ਇਹੀ ਨਹੀਂ ਪਤਾ ਕਿ ਤੂੰ ਪਿੰਡ ਦਾ ਸਰਪੰਚ ਨਹੀਂ ਗਾ, ਤੇਰੇ ਮਦਰ ਪਿੰਡ ਦੇ ਸਰਪੰਚ ਆ। ਮੀਨਸ ਉਹ ਉਹਨਾਂ ਦੀ ਸਰਪੰਚੀ ਨੂੰ ਆਪਣੀ ਸਰਪੰਚੀ ਦੱਸੀ ਜਾ ਰਿਹਾ। ਇਹ ਗੱਲ ਇਕੱਲੇ ਸਿੱਧੂ ਮੂਸੇਵਾਲੇ ਦੀ ਨਹੀਂ ਗੀ, ਇਹ ਗੱਲ ਹਰ ਉਸ ਇਨਸਾਨ ਦੀ ਆ, ਇਹ ਉਸ ਮਾਨਸਿਕਤਾ ਦੀ ਆ। ਇਹ ਤੁਹਾਡੀ ਗੱਲ ਆ, ਮੇਰੀ ਗੱਲ ਆ, ਠੀਕ ਆ। ਉਹ ਵੀ ਤਾਂ ਉਮਰ 'ਚ 24-25 ਸਾਲ ਦਾ ਹੀ ਹੈ, 26-27 ਸਾਲ ਦਾ ਹੋਊਗਾ। ਮੀਨਸ ਉਹ ਓਨਾ ਕੀ ਮੈਚਿਓਰ ਉਹ ਹੋਊਗਾ ਜਿੰਨੇ ਕੁ ਮੈਚਿਓਰ ਉਹਨੂੰ ਸੁਣਨ ਵਾਲੇ ਆ, ਠੀਕ ਆ। ਜਾਂ ਓਨੇ ਕੀ ਮੈਚਿਓਰ ਉਹ ਆ ਜਿਹੜੇ ਉਹਦਾ ਵਿਰੋਧ ਕਰਦੇ ਆ। ਉਹ ਵੀ ਕੋਈ ਬਹੁਤੇ ਸਿਆਣੇ ਨਹੀਂ ਗੇ, ਉਹ ਮੈਨੂੰ ਲੱਗਦਾ ਭੋਰਾ ਘੱਟੋ ਘੱਟ ਜਿਹੜੇ ਉਹਨੂੰ ਸੁਣਦੇ ਆ ਉਹ ਵਿਚਾਰੇ ਉਮਰਾਂ 'ਚ ਤਾਂ ਛੋਟੇ ਆ। ਉਹ ਆਪਣੇ ਜਿੰਨੇ ਕੁ ਮੱਤ ਦੇ ਹੈਗੇ ਆ ਉਹ ਓਨੀ ਕੁ ਮੱਤ ਦਾ ਦਿਖਾਵਾ ਕਰਦੇ ਆ। ਜਿਹੜੇ ਉਹਦੇ ਵਿਰੋਧ ਕਰਨ ਵਾਲੇ ਆ ਉਹਨਾਂ ਦੇ ਵਾਸਤੇ ਤਾਂ ਸ਼ਰਮ ਦੀ ਗੱਲ ਇਹ ਆ ਕਿ ਉਹ ਆਪਣੀ ਉਮਰ ਤੋਂ, ਆਪਣੀ ਸੋਚ ਤੋਂ ਜਾਂ ਆਪਣੀ ਏਜ ਤੋਂ ਅੱਧੀ ਮੱਤ ਦੇ ਹੋ ਕੇ ਉਹਦਾ ਵਿਰੋਧ ਕਰ ਰਿਹਾ, ਕਿਉਂਕਿ ਉਹਦੇ ਵਿਰੋਧ ਕਰਨ ਦਾ ਪ੍ਰੋਪਰ ਕਾਰਨ ਵੀ ਨਹੀਂ ਕਈਆਂ ਕੋਲ ਹੈਗਾ। ਤਾਂ ਖੈਰ ਜੋ ਵੀ ਆ, ਸਾਨੂੰ ਇੱਕ ਗੱਲ ਤਾਂ ਸਮਝ ਆ ਗਈ ਕਿ ਸਾਡੇ ਦੇਸ਼ 'ਚ ਜੇ ਕੁੜੀਆਂ ਨੂੰ ਜਿਹੜੀਆਂ ਕਿ ਹਜੇ ਦਲਿਤ ਨਹੀਂ ਹੈਗੀਆਂ, ਉਹ ਜਰਨਲ ਵਰਗ 'ਚੋਂ ਵੀ ਆਉਂਦੀਆਂ, ਸਾਰੇ ਵਰਗਾਂ 'ਚ ਜਰਨਲ ਵਰਗ ਦੀਆਂ ਔਰਤਾਂ ਨੂੰ ਵੀ ਜੇ ਇਹ ਰੁਤਬਾ 2020 ਤੱਕ ਪਹੁੰਚਦੇ ਨਹੀਂ ਮਿਲਿਆ ਤਾਂ 1950 'ਚ ਜਿਹੜੇ ਵਰਗ ਦਾ ਐਕਸਪਲੋਇਟੇਸ਼ਨ ਹੀ ਇੰਨਾ ਜ਼ਿਆਦਾ ਸੀਗਾ, ਜੇ ਉਦੋਂ ਜਰਨਲ ਵਰਗ ਦੇ ਹੱਥ ਸਰਪੰਚੀਆਂ ਆ ਜਾਂਦੀਆਂ, ਪਾਵਰਾਂ ਆ ਜਾਂਦੀਆਂ, ਠੀਕ ਆ, ਤਾਂ ਕੀ ਹਾਲ ਬਣਦਾ। ਇਸ ਚੀਜ਼ ਦਾ ਜ਼ਿਕਰ ਉਹ ਕਿਹੜੀ, ਮੈਂ ਇੱਕ ਮੂਵੀ ਮਾਂਜੀ ਮੂਵੀ ਹੈ ਇੱਕ, ਜਿਹਦੇ 'ਚ ਕਿ ਉਹ ਪੱਥਰ ਕੱਟ ਕੇ ਆਪਣੀ ਵਾਈਫ ਵਾਸਤੇ ਰਾਹ ਬਣਾਉਂਦਾ ਹੈ। ਉਸ ਮੂਵੀ ਨੂੰ ਬੜੇ ਧਿਆਨ ਨਾਲ ਦੇਖਿਓ। ਉਹ ਮੂਵੀ ਕੱਲੇ ਇੱਕ ਸ਼ਖਸ ਦੀ ਕਹਾਣੀ ਨਹੀਂ ਗੀ, ਉਹ 1950 ਤੋਂ ਲੈ ਕੇ 2000 ਤੱਕ ਦੇ ਜਾਂਦੇ ਭਾਰਤ ਦੀ ਕਹਾਣੀ ਆ ਕਿ ਕਿਵੇਂ ਉਹ 1955 ਦੇ ਵਿੱਚ ਉਹ ਸ਼ਖਸ ਮਾਂਜੀ ਜਿਹੜਾ ਹੈ ਉਹ ਦਿੱਲੀੋਂ ਉਹ ਇੱਕ ਕਾਨੂੰਨ, ਇੰਡੀਆ ਦੀ ਪਾਰਲੀਮੈਂਟ ਇੱਕ ਐਕਟ ਪਾਸ ਕਰਦੀ ਹੈ ਕਿ ਅੱਜ ਤੋਂ ਬਾਅਦ ਦਲਿਤਸ ਨੂੰ ਕੋਈ ਐਕਸਪਲੋਇਟ ਨਹੀਂ ਕਰੂਗਾ। ਤੇ ਉਹ ਇਸੇ ਗੱਲ 'ਚ ਚਾਚ ਪਿੰਡ ਚਲਾ ਜਾਂਦਾ ਬਿਹਾਰ, ਤੇ ਬਿਹਾਰ ਜਾ ਕੇ ਆਪਣੇ ਪਿੰਡ ਦੇ ਉੱਚੀ ਕਾਸਟ ਦੇ ਬੰਦੇ ਨੂੰ ਜੱਫੀ ਪਾ ਲੈਂਦਾ ਹੈ ਤੇ ਉਹਨੂੰ ਕੁੱਟਦੇ ਆ ਤੇ ਉਹਨੂੰ ਕਹਿੰਦੇ ਕਿ ਇਹ ਕਾਨੂੰਨ ਦਿੱਲੀ ਬਣਿਆ ਤੇ ਬਿਹਾਰ ਤੱਕ ਪਹੁੰਚਦੇ ਹਜੇ ਇਹਨੂੰ 50 ਸਾਲ ਲੱਗ ਜਾਣੇ ਆ। ਤਾਂ ਉਹ ਫਿਲਮ ਇੱਕ ਸੱਚਾਈ ਆ ਕਿ ਕਿਵੇਂ ਸਾਡੇ ਦੇਸ਼ 'ਚ ਕਿਸੇ ਵੀ ਚੀਜ਼ ਨੂੰ, ਕਿਸੇ ਬਣੇ ਹੋਏ ਕਾਨੂੰਨ ਨੂੰ ਅਸੈਪਟ ਕਰਨ 'ਚ ਵੀ ਇੰਨਾ ਟਾਈਮ ਲੱਗਦਾ ਹੈ। ਤਾਂ ਖੈਰ ਇਹ ਜਿਹੜੇ 5 ਈਅਰ ਪਲਾਨ ਸੀਗੇ
ਇਹਦੇ 'ਚ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਹ ਗੱਲ ਤਾਂ ਸਮਝ ਆ ਗਈ ਸੀ ਕਿ ਬੀ ਆਰ ਅੰਬੇਦਕਰ ਨੇ ਸਾਨੂੰ ਪੰਚਾਇਤੀ ਰਾਜ ਨੂੰ ਕਨਸਟੀਟਿਊਸ਼ਨਲ ਦਰਜਾ ਨਹੀਂ ਦੇਣਾ ਤੇ ਸ਼ਾਇਦ ਉਹ ਵੀ ਇਸ ਗੱਲ ਤੋਂ ਵਾਕਿਫ ਸੀਗੇ ਕਿ ਦੇਣਾ ਵੀ ਨਹੀਂ ਚਾਹੀਦਾ ਜਦੋਂ ਤੱਕ ਲੋਕਾਂ ਦੀ ਮਾਨਸਿਕਤਾ 'ਚ ਨਹੀਂ ਬਦਲਾਵ ਆਉਂਦਾ। ਪਰ ਹੌਲੀ ਹੌਲੀ ਲੋਕਾਂ ਨੂੰ ਜੇ ਅਸੀਂ ਪੰਚਾਇਤੀ ਰਾਜ ਨੂੰ ਕਨਸਟੀਟਿਊਸ਼ਨਲ ਦਰਜਾ ਨਾ ਦਿੱਤਾ ਤੇ ਪਿੰਡਾਂ ਦੇ ਲੈਵਲ ਦਾ ਵਿਕਾਸ ਦਿੱਲੀੋਂ ਹੋ ਵੀ ਨਹੀਂ ਸਕਦਾ, ਇਹ ਵੀ ਗੱਲ ਸੱਚ। ਇਸ ਕਰਕੇ ਕਹਿੰਦੇ ਚਲੋ ਕਨਸਟੀਟਿਊਸ਼ਨਲ ਦਰਜਾ ਨਹੀਂ ਦੇਣਾ, ਥੋੜਾ ਥੋੜਾ ਉਹਨਾਂ ਨੂੰ ਪੰਚਾਇਤਾਂ ਦੀ ਫੀਲਿੰਗ ਤਾਂ ਦੇਣੀ ਸ਼ੁਰੂ ਕੀਤੀ ਏ, ਥੋੜਾ ਥੋੜਾ ਪਿੰਡ ਦੇ ਲੋਕਾਂ ਨੂੰ ਕਹੀਏ ਕਿ ਇਕੱਠੇ ਹੋ ਕੇ ਕੰਮ ਕਰੋ, ਪੈਸੇ ਅਸੀਂ ਭੇਜਾਂਗੇ ਸੈਂਟਰ ਚੋਂ। ਇਹਦੇ ਵਾਸਤੇ ਇੱਕ ਪ੍ਰੋਗਰਾਮ 1952 ਚ ਲਾਂਚ ਕੀਤਾ ਗਿਆ, ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ। ਕੀ ਨਾਮ ਆ? ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ। ਪੰਚਾਇਤਾਂ ਨੂੰ ਬਿਨਾਂ ਸੰਵਿਧਾਨਕ ਦਰਜਾ ਦਿੱਤੇ, ਕਨਸਟੀਟਿਊਸ਼ਨਲ ਸਟੇਟਸ ਦਿੱਤੇ, ਉਹਨਾਂ ਨੂੰ ਮਜ਼ਬੂਤ ਕਰਨ ਦਾ ਇੱਕ ਤਰੀਕਾ ਸੀਗਾ। ਪੇਪਰ ਚ ਆਉਂਦਾ ਹੁੰਦਾ ਕਿ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਕਿਹੜੇ ਸਾਲ ਸ਼ੁਰੂ ਹੋਇਆ? 1952 ਚ ਸ਼ੁਰੂ ਹੋਇਆ ਸੀਗਾ, ਠੀਕ ਹੈ। 2 ਅਕਤੂਬਰ 1952 ਨੂੰ ਇਹਨੂੰ ਸ਼ੁਰੂ ਕੀਤਾ ਗਿਆ। ਹਾਂ, ਸਰਕਾਰ ਨੇ ਸਰਕਾਰੀ ਕੰਪਨੀਆਂ ਦੀ ਬਜਾਏ, ਸਰਕਾਰੀ ਇੰਡਸਟਰੀਜ਼ ਦੀ ਬਜਾਏ, ਇੰਡਸਟਰੀਅਲ ਕਲਾਸ ਦੀ ਬਜਾਏ ਸਰਕਾਰ ਨੇ ਜ਼ਿਆਦਾ ਤਰਜੀਹ ਦਿੱਤੀ ਉਸ ਟਾਈਮ ਉਹਨੂੰ ਇਰੀਗੇਸ਼ਨ ਨੂੰ, ਮਲਟੀਪਰਪਸ ਪ੍ਰੋਜੈਕਟ। ਤੁਸੀਂ ਉਹਨਾਂ ਸਾਲਾਂ 'ਚ ਬਣੇ ਹੋਏ ਪ੍ਰੋਜੈਕਟ ਦੇਖੋ। ਦਮੋਦਰ ਵੈਲੀ, ਜਿਹੜੀ ਦਮੋਦਰ ਨਦੀ ਆ ਜਿਹੜੀ ਗੰਗਾ 'ਚ ਮਿਲਦੀ ਅੱਗੇ ਗੰਗਾ ਕੋਲ ਆ, ਉਹ ਸੌਰੀ ਉਹਦੇ ਬੇ ਆਫ ਬੰਗਾਲ 'ਚ ਜਾਂਦੀ ਆ, ਉਹਦੇ ਤੇ ਪ੍ਰੋਜੈਕਟ ਬਣਾਇਆ ਗਿਆ, ਠੀਕ ਆ। ਮਹਾਨਦੀ ਤੇ ਹੀਰਾਕੁਡ ਪ੍ਰੋਜੈਕਟ ਇਹਨਾਂ 5 ਸਾਲਾਂ 'ਚ ਬਣਿਆ। ਭਾਖੜਾ ਨੰਗਲ ਪ੍ਰੋਜੈਕਟ ਇਹਨਾਂ 5 ਸਾਲਾਂ 'ਚ ਬਣਿਆ। ਹੋਰ ਬਹੁਤ ਸਾਰੀਆਂ ਨਹਿਰਾਂ ਦਾ ਡਿਵੈਲਪਮੈਂਟ, ਜਿੰਨੀਆਂ ਸਾਡੇ ਦੇਸ਼ 'ਚ ਕਨਾਲ ਸਿਸਟਮ ਸੀਗਾ, ਇਹਨਾਂ 5 ਸਾਲਾਂ 'ਚ ਡਿਵੈਲਪ ਕੀਤਾ ਗਿਆ। ਫਸਟ 5 ਈਅਰ ਪਲਾਨ, ਸਿੰਪਲ ਜੀ ਗੱਲ ਆ ਕਿ ਐਨ ਰਾਜ ਤਿਆਰ ਕਰਨ ਵਾਲਾ, ਹੈਰਡ ਡੋਮਰ ਮਾਡਲ ਮਤਲਬ ਇਨਵੈਸਟਮੈਂਟ ਜ਼ਿਆਦਾ। ਤੀਜੀ ਗੱਲ ਐਗਰੀਕਲਚਰ ਬੇਸਡ ਪਲਾਨ ਸੀਗਾ। ਚੌਥੀ ਗੱਲ ਕਮਿਊਨਿਟੀ ਡਿਵੈਲਪਮੈਂਟ ਦੀ ਤਰਜੀਹ ਦਿੱਤੀ ਗਈ, ਠੀਕ ਆ। ਇਹ ਕੁਝ ਖਾਸ ਗੱਲਾਂ ਸੀਗੀਆਂ। ਤੇ ਪੰਜਵੀਂ ਸਭ ਤੋਂ ਖਾਸ ਗੱਲ, ਜਿੰਨੀ ਇਸ ਪਲਾਨ ਦੀ ਟਾਰਗੇਟ ਗਰੋਥ ਸੀ ਉਹਦੇ ਤੋਂ ਵੀ 1.5% ਵੱਧ ਗਰੋ ਕਰਿਆ। 2.1 ਦਾ ਟਾਰਗੇਟ ਰੱਖ ਕੇ ਗਰੋ ਕਿੰਨੇ ਪਰਸੈਂਟ ਤੇ ਕਰਿਆ? 3.6 ਤੇ। ਇਹ ਫਸਟ 5 ਈਅਰ ਪਲਾਨ ਸੀਗਾ, ਠੀਕ ਆ। ਤਾਂ ਨੈਕਸਟ ਉਸ ਤੋਂ ਬਾਅਦ ਇੱਕ ਗੱਲ ਹੋਰ, ਇਸ 5 ਈਅਰ ਪਲਾਨ 'ਚ ਇੱਕ ਚੀਜ਼ ਹੋਰ ਬੜੀ ਗਈ ਸੀਗੀ। ਸਾਡੇ ਦੇਸ਼ 'ਚ ਇੱਕ ਪ੍ਰਾਈਵੇਟ ਬੈਂਕ ਹੁੰਦਾ ਸੀ ਉਹਨਾਂ ਟਾਈਮਾਂ 'ਚ, ਮੈਂ ਪੜ੍ਹਾਊਂਗਾ ਬੈਂਕਿੰਗ 'ਚ, ਕਿ ਬਈ ਇੱਕ ਅੰਗਰੇਜ਼ਾਂ ਦੇ ਵੇਲੇ ਸਾਡੇ ਦੇਸ਼ 'ਚ ਬੈਂਕ ਹੁੰਦਾ ਸੀ ਇੰਪੀਰੀਅਲ ਬੈਂਕ। ਕੀ ਨਾਮ ਸੀਗਾ? ਇੰਪੀਰੀਅਲ ਬੈਂਕ। 1955 'ਚ ਇਸੇ 5 ਈਅਰ ਪਲਾਨ ਦੇ ਦੌਰਾਨ, ਮੇਰੀ ਗੱਲ ਧਿਆਨ ਨਾਲ ਸੁਣਿਓ, ਇਸੇ 5 ਈਅਰ ਪਲਾਨ ਦੇ ਦੌਰਾਨ ਉਸ ਬੈਂਕ ਨੂੰ ਗੋਰਵਾਲਾ ਕਮੇਟੀ ਦੇ ਕਹਿਣ ਤੇ ਸਰਕਾਰੀ ਕਰ ਦਿੱਤਾ ਗਿਆ। ਪ੍ਰਾਈਵੇਟ ਲੋਕ ਜਿਨ੍ਹਾਂ ਦਾ ਬੈਂਕ ਸੀ ਉਹਨਾਂ ਨੂੰ ਬੁਲਾ ਕੇ ਜਿੰਨੀ ਉਹਨਾਂ ਦੀ ਇਨਕਮ ਬਣਦੀ ਸੀ, ਜਿੰਨੀ ਉਹਨਾਂ ਦੀ ਬਣਦਾ ਸੀ ਰੇਟ, ਉਹ ਰੇਟ ਉਹਨੂੰ ਦੇ ਕੇ ਉਸ ਬੈਂਕ ਨੂੰ ਸਰਕਾਰੀ ਕਰ ਦਿੱਤਾ ਗਿਆ। ਤੇ ਸਰਕਾਰੀ ਕਰਕੇ ਉਸ ਬੈਂਕ ਦਾ ਨਾਮ ਰੱਖਿਆ ਗਿਆ ਸਟੇਟ ਬੈਂਕ ਆਫ ਇੰਡੀਆ। ਮਤਲਬ ਇਸ 5 ਈਅਰ ਪਲਾਨ 'ਚ ਇੱਕ ਬਹੁਤ ਵੱਡੇ ਪ੍ਰਾਈਵੇਟ ਬੈਂਕ ਨੂੰ ਸਰਕਾਰੀ ਕਰ ਦਿੱਤਾ ਗਿਆ। ਕੀ ਨਾਮ ਸੀ ਉਸ ਬੈਂਕ ਦਾ? ਇੰਪੀਰੀਅਲ ਬੈਂਕ। ਤੇ ਬਣਾਇਆ ਕੀ ਗਿਆ ਉਹਦਾ? ਸਟੇਟ ਬੈਂਕ ਆਫ ਇੰਡੀਆ। ਇਹ ਦੱਸੋ ਫਸਟ 5 ਈਅਰ ਪਲਾਨ ਬਾਰੇ ਕਿਸੇ ਨੂੰ ਕੋਈ ਡਾਊਟ? ਫਸਟ 5 ਈਅਰ ਪਲਾਨ 'ਚ ਜਿਹੜੇ ਵੀ 4-5 ਫੈਕਟ ਸੀਗੇ ਉਹ ਤੁਹਾਨੂੰ ਮੈਂ ਕਲੀਅਰ ਦੱਸ ਹੀ ਦਿੱਤੇ, ਠੀਕ ਆ। ਹੁਣ ਗੱਲ ਕਰਦੇ ਹਾਂ ਸੈਕਿੰਡ 5 ਈਅਰ ਪਲਾਨ। ਕੀ ਨਾਮ ਆ? ਸੈਕਿੰਡ 5 ਈਅਰ ਪਲਾਨ ਆਪਣਾ। ਦੇਖੋ ਇਹ ਜਿਹੜਾ ਸੈਕਿੰਡ 5 ਈਅਰ ਪਲਾਨ ਆ, ਇਹਦੀ ਖਾਸੀਅਤ ਸੁਣੋ ਹੁਣ ਬੜੇ ਧਿਆਨ ਨਾਲ। ਇਹ ਜਿਹੜਾ ਸੈਕਿੰਡ 5 ਈਅਰ ਪਲਾਨ ਸੀਗਾ, ਇਹਦੇ 'ਚ ਕੀ ਸੀਗਾ? ਇਹਦੀ ਡਿਊਰੇਸ਼ਨ 1956 ਤੋਂ ਲੈ ਕੇ 61 ਤੱਕ ਸਰਕਾਰ ਇੱਕ ਹਿਸਾਬ ਨਾਲ ਕਹਿ ਲਈਏ ਚਾਂਬਲੀ ਹੋਈ ਸੀ ਪੂਰੀ। ਕਿਉਂ? ਫਸਟ 5 ਈਅਰ ਪਲਾਨ 'ਚ ਟਾਰਗੇਟ ਗਰੋਥ ਕਿੰਨੀ ਸੀ? 2.1, ਬਟ ਅਚੀਵ ਕਿੰਨੀ ਕੀਤੀ? ਇਹ ਤਾਂ ਬੱਲੇ ਬੱਲੇ ਹੋ ਗਈ ਟਾਈਪ ਫੀਲਿੰਗ, ਬਟ ਐਵੇਂ ਨਹੀਂ। ਦੂਜੇ ਜਾ ਕੇ ਜਨਾਬ ਨੇ ਟਾਰਗੇਟ ਗਰੋਥ ਰੱਖ ਲਈ 7.5 ਤੇ ਅਚੀਵ ਕਿੰਨੀ ਕੀਤੀ? 4.1। ਠੀਕ ਹੈ ਨਾ? ਉਹੀ ਹੁੰਦਾ ਕਈ ਵਾਰੀ ਕਿ ਜਿਵੇਂ ਅੱਜ ਮਤਲਬ ਕਿ ਜਦੋਂ ਟ੍ਰਾਇਲ ਟਰੂਲ ਦੀ ਤਿਆਰੀ ਕਰੋਗੇ ਕਿ ਇੱਕ ਦਿਨ 4 ਗੇੜੇ ਲਾ ਲਏ, ਅੱਜ ਪੂਰੇ ਭੱਜ ਗਏ, ਕਿ ਕੱਲ ਨੂੰ ਇਸੇ ਸਪੀਡ ਤੇ 6 ਲਾਉਣੇ ਆ, ਠੀਕ ਆ। ਤੇ ਚੌੜ 'ਚ ਭੱਜਿਆ ਹੁੰਦਾ ਤੇ ਦੂਜੇ 'ਚ ਹੀ ਥੱਕ ਜੇ, ਉਹ ਹਿਸਾਬ ਬਣਿਆ ਇਹਨਾਂ ਨਾਲ। ਤਾਂ 7.5 ਦੇ ਹਿਸਾਬ ਨਾਲ ਟਾਰਗੇਟ ਗਰੋਥ ਸੀ ਤੇ ਉਹ ਅਚੀਵ ਹੋਈ ਜਾ ਕੇ 4.1। ਬਟ ਇਸ 5 ਈਅਰ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ, ਇਸ 5 ਈਅਰ ਪਲਾਨ ਨੂੰ ਬਣਾਉਣ ਵਾਲੇ ਸ਼ਖਸ ਦਾ ਨਾਮ ਸੀਗਾ PC ਮੋਹਲਨੋਬਿਸ। ਉਹਨਾਂ ਦਾ ਆਪਣਾ ਹੀ ਮਾਡਲ ਸੀ ਤੇ ਆਪ ਹੀ ਉਹਨਾਂ ਨੇ ਇਸ 5 ਈਅਰ ਪਲਾਨ ਨੂੰ ਤਿਆਰ ਕੀਤਾ। ਇਸ 5 ਈਅਰ ਪਲਾਨ ਦਾ ਮਤਲਬ ਸੀ ਕਿ ਇੰਡਸਟਰੀ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਆ ਓਵਰ ਐਗਰੀਕਲਚਰ। ਤੁਸੀਂ ਹਜੇ 5 ਸਾਲ ਪਹਿਲਾਂ ਹੀ ਐਗਰੀਕਲਚਰ ਨੂੰ ਲੈ ਕੇ ਚੱਲੇ ਹੋ, ਉਹ ਭਾਈ ਪਹਿਲਾਂ ਉਹਦੇ 'ਚ ਤਾਂ ਕੰਮ ਪੂਰਾ ਕਰ ਲਓ। ਤੁਸੀਂ ਇਹ ਸੀ ਕਿ ਬਈ ਇੱਕ ਕੰਧ ਖੜੀ ਕਰ ਲਈ, ਪਹਿਲਾਂ ਉਹਨੂੰ ਉੱਪਰ ਤੱਕ ਲੈ ਜਾਓ, ਨਹੀਂ ਕਹਿੰਦੇ ਪਹਿਲਾਂ ਦੂਜੀ ਵੀ ਬਰਾਬਰ ਖੜੀ ਕਰੋ, ਠੀਕ ਆ। ਇਹ ਗਲਤੀ ਹੋ ਗਈ। ਇਸ 5 ਈਅਰ ਪਲਾਨ 'ਚ ਅਸੀਂ ਐਗਰੀਕਲਚਰ ਨੂੰ ਅੱਧ ਵਿਚਾਲੇ ਛੱਡ ਕੇ ਕਿਹੜੇ ਸੈਕਟਰ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕਰ ਲਈ? ਇੰਡਸਟਰੀ ਨੂੰ। ਇਸ 5 ਈਅਰ ਪਲਾਨ 'ਚ ਅਸੀਂ ਸਭ ਤੋਂ ਵੱਡੀ ਗਲਤੀ ਇਹ ਕੀਤੀ ਕਿ ਇਸ 5 ਈਅਰ ਪਲਾਨ 'ਚ ਅਸੀਂ ਇੱਕ ਬਹੁਤ ਵੱਡੀ ਪਾਲਿਸੀ ਲੈ ਕੇ ਆਏ, ਇੰਡਸਟਰੀਅਲ ਪਾਲਿਸੀ ਆਫ 1956। ਕਿਹੜੀ?
ਇੰਡਸਟਰੀਅਲ ਪਾਲਿਸੀ ਆਫ 1956। ਆਲਦੋ ਉਸ ਤੋਂ ਪਹਿਲਾਂ ਵੀ ਸਾਡੇ ਦੇਸ਼ ਦੀ ਇੱਕ ਇੰਡਸਟਰੀਅਲ ਪਾਲਿਸੀ ਆਈ ਹੋਈ ਸੀ 1948 ਵਾਲੀ, ਬਟ ਉਹਦੇ 'ਚ ਅਸੀਂ ਸਿਰਫ ਨਾ ਖਾਨਾ ਪੂਰਤੀ ਕੀਤੀ ਸੀ। ਅਸਲੀ ਇੰਡਸਟਰੀਅਲ ਪਾਲਿਸੀ ਆਹੀ ਹੈ ਸਾਡੇ ਦੇਸ਼ ਦੀ, ਕਿਉਂਕਿ ਇਸ ਪਾਲਿਸੀ 'ਚ ਅਸੀਂ ਕੀ ਕੀਤਾ, ਸਾਰਾ ਧਿਆਨ ਹੀ ਇੰਡਸਟਰੀ ਤੇ ਲਾਤਾ। ਇਹ 5 ਈਅਰ ਪਲਾਨ 5 ਸਾਲੀ ਯੋਜਨਾ ਐਕਸਕਲੂਸਿਵਲੀ ਇਹਦੇ ਵਾਸਤੇ ਬਣੀ ਆ, ਮਤਲਬ ਕਿ 5 ਈਅਰ ਪਲਾਨ ਬਣਿਆ ਹੀ ਇੰਡਸਟਰੀਜ਼ ਵਾਸਤੇ ਸੀ। ਐਗਰੀਕਲਚਰ ਨੂੰ ਇਗਨੋਰ ਕਰ ਦਿੱਤਾ ਗਿਆ, ਠੀਕ ਆ। ਹਾਂ, ਇੱਕ ਦੋ ਕੰਮ ਹੋਰ ਵੀ ਹੋਏ ਆ। ਪਹਿਲੀ ਵਾਰ ਅਸੀਂ ਆਪਣੇ ਦੇਸ਼ ਦੀ ਇੰਡਸਟਰੀ ਹੈ ਨਾ, ਜਿਹੜੀ ਇੰਡਸਟਰੀਅਲ ਪਾਲਿਸੀ, ਇਹਦੇ 'ਚ ਪਹਿਲੀ ਵਾਰ ਅਸੀਂ ਆਪਣੀ ਇੰਡਸਟਰੀ ਨੂੰ 3 ਹਿੱਸਿਆਂ 'ਚ ਵੰਡਿਆ। ਕਿੰਨੇ ਹਿੱਸਿਆਂ 'ਚ? 3 ਹਿੱਸਿਆਂ 'ਚ ਵੰਡਿਆ। ਪਹਿਲਾ ਹਿੱਸਾ ਉਹ, ਸੁਣੋ ਮੇਰੀ ਗੱਲ, ਪਹਿਲਾ ਹਿੱਸਾ ਉਹ ਜਿੱਥੇ ਸੈਂਟਰ ਸਰਕਾਰ ਕੰਮ ਕਰੂਗਾ, 18 ਕਿ 17 ਇਹੋ ਜਿਹੀਆਂ ਇੰਡਸਟਰੀਜ਼। ਦੂਜਾ ਹਿੱਸਾ ਉਹ ਜਿੱਥੇ ਸਟੇਟ ਗਵਰਨਮੈਂਟਸ ਕੰਮ ਕਰਨਗੀਆਂ, ਠੀਕ ਆ, ਮਤਲਬ ਕਿ 8 ਸੈਕਟਰ ਇਹੋ ਜਿਹੇ। ਤੀਸਰਾ ਹਿੱਸਾ ਉਹ ਬਾਕੀ ਬਚੀਆਂ ਹੋਈਆਂ ਇੰਡਸਟਰੀਆਂ ਜਿੱਥੇ ਆਮ ਲੋਕ ਲਾਇਸੈਂਸ ਲੈ ਕੇ ਕੰਮ ਕਰ ਸਕਦੇ ਆ। ਇੰਡਸਟਰੀ ਨੂੰ 3 ਹਿੱਸਿਆਂ 'ਚ ਵੰਡ ਲਿਆ ਗਿਆ। ਤੇ ਪਹਿਲੇ ਹਿੱਸੇ ਤੇ ਕੰਟਰੋਲ ਸੈਂਟਰ ਦਾ, ਦੂਜੇ ਤੇ ਸਟੇਟ ਦਾ, ਤੀਜੇ ਤੇ ਲਾਇਸੈਂਸ ਦੇਣ ਦਾ ਕੰਟਰੋਲ ਦੋਵਾਂ ਕੋਲ। ਮੇਰੀ ਗੱਲ ਧਿਆਨ ਨਾਲ ਸਮਝਿਓ, ਕੁੱਲ ਮਿਲਾ ਕੇ ਪੂਰੀ ਦੀ ਪੂਰੀ ਇੰਡਸਟਰੀਅਲ ਸੈਕਟਰ ਨੂੰ ਕੀ ਕਰ ਲਿਆ ਸਰਕਾਰ ਨੇ, ਆਪਣੇ ਹੱਥ 'ਚ ਕੰਟਰੋਲ ਕਰ ਲਿਆ। ਆਈ ਥਿੰਕ ਸਮਝ ਗਏ ਹੋਵੋਗੇ ਤੁਸੀਂ ਇਸ ਗੱਲ ਨੂੰ। ਤਾਂ ਇਹ ਹੋ ਗਿਆ ਆਪਣੇ ਕੋਲ ਇੰਡਸਟਰੀਜ਼ 3 ਹਿੱਸਿਆਂ 'ਚ ਵੰਡਤੀ। ਬਈ ਇਹ ਐਡੀ ਮਸ਼ਹੂਰ ਪਾਲਿਸੀ ਆ ਇੰਡਸਟਰੀਅਲ ਪਾਲਿਸੀ, ਇਹਨੂੰ ਲੋਕ ਪਤਾ ਕੀ ਕਹਿੰਦੇ ਆ, ਇਕਨੋਮਿਕ ਕਨਸਟੀਟਿਊਸ਼ਨ ਆਫ ਇੰਡੀਆ, ਕਿ ਭਾਰਤ ਦਾ ਆਰਥਿਕ ਸੰਵਿਧਾਨ। ਪੇਪਰ 'ਚ ਆ ਜਾਂਦਾ ਹੁੰਦਾ ਕਿ ਕਿਹੜੀ ਇੰਡਸਟਰੀਅਲ ਪਾਲਿਸੀ ਨੂੰ ਇਕਨੋਮਿਕ ਕਨਸਟੀਟਿਊਸ਼ਨ ਆਫ ਇੰਡੀਆ। ਐਡੀ ਵੱਡੀ ਪਾਲਿਸੀ, ਇੰਡਸਟਰੀਜ਼ ਦੀ ਪੂਰੀ ਫੋਕਸ ਇੰਡਸਟਰੀਜ਼ ਤੇ, ਐਗਰੀਕਲਚਰ ਨੂੰ ਪੂਰਾ ਇਗਨੋਰ ਕਰਤਾ। ਇਹ ਸੈਕੰਡ 5 ਈਅਰ ਪਲਾਨ ਦੀ ਇੱਕ ਕਹਿ ਲਓ ਕਿ ਕੁਝ ਕਮੀ ਸੀਗੀ। ਤੀਸਰੀ ਗੱਲ, ਬਣਾਉਣ ਵਾਲੇ ਪੀਸੀ ਮਾਹੌਲ ਨੋਬਿਸ। ਚੌਥੀ ਗੱਲ, ਟਾਰਗੇਟ ਗਰੋਥ ਬਹੁਤ ਜ਼ਿਆਦਾ ਫਿਕਸ ਕਰ ਲਈ ਤੇ ਅਚੀਵ ਕਰ ਸਕੇ ਅਸੀਂ ਘੱਟ। ਅਸੀਂ ਹੈਵੀ ਇੰਡਸਟਰੀਜ਼ ਤੇ ਬਹੁਤ ਜ਼ੋਰ ਦਿੱਤਾ ਤੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਕਿ ਉਹ ਇੰਡਸਟਰੀ ਬਣਾਓ ਜਿਹੜੀ ਇਹੋ ਜਿਹੇ ਗੁੱਡਸ ਪੈਦਾ ਕਰਦੀ ਹੈ ਜਿਹੜੀ ਇੰਡਸਟਰੀ ਤੋਂ ਅੱਗੇ ਅਸੀਂ ਕੁਝ ਕਰ ਸਕੀਏ, ਜਿਵੇਂ ਆਇਰਨ ਇੰਡਸਟਰੀ, ਰਿਫਾਈਨਰੀਜ਼, ਇਹ ਵਾਲੀਆਂ ਇੰਡਸਟਰੀਜ਼ ਜਿਨ੍ਹਾਂ ਤੋਂ ਅਸੀਂ ਅੱਗੇ ਕੁਝ ਬਣਾਉਣਾ ਹੈ, ਕੈਪੀਟਲ ਗੁੱਡ ਇੰਡਸਟਰੀ। ਅਗਲੀ ਗੱਲ, ਇਸ ਇੰਡਸਟਰੀ 'ਚ ਅਸੀਂ ਇੱਕ ਗੱਲ ਬੜੀ ਕਲੀਅਰ ਕੀਤੀ। ਅਸੀਂ ਕੀ ਕੀਤਾ, ਅਸੀਂ ਚੱਕ ਕੇ ਇੱਕ ਹੋਰ ਤਗੜੀ ਫਰਮ ਨੂੰ ਸਰਕਾਰੀ ਕਰਤਾ। ਇੱਕ ਪ੍ਰਾਈਵੇਟ ਕੰਪਨੀ ਹੁੰਦੀ ਸੀ ਇੰਸ਼ੋਰੈਂਸ, ਇੱਕ ਨਹੀਂ ਕਈ, ਇੰਡੀਆ 'ਚ ਜਿੰਨੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਸੀ ਉਹਨਾਂ ਸਾਰਿਆਂ ਨੂੰ ਮਰਜ ਕਰਕੇ ਇੱਕ ਕੰਪਨੀ ਬਣਾਈ, LIC, ਲਾਈਫ ਇੰਸ਼ੋਰੈਂਸ ਕੰਪਨੀ। 1956 'ਚ ਅਸੀਂ ਉਸ ਕੰਪਨੀ ਨੂੰ ਵੀ ਕੀ ਕਰਤਾ, ਨੈਸ਼ਨਲਾਈਜ਼ ਕਰਤਾ। ਪੇਪਰ 'ਚ ਇਹ ਵੀ ਆਊਗਾ ਕਿ ਫਸਟ 5 ਈਅਰ ਪਲਾਨ 'ਚ ਕਿਹਨੂੰ ਨੈਸ਼ਨਲਾਈਜ਼ ਕੀਤਾ, SBI ਨੂੰ। ਤੇ ਇੱਕ SBI ਤੇ ਇੱਕ ਕੀਤਾ ਸੀਗਾ ਅਸੀਂ, ਰੱਬ ਤੁਹਾਡਾ ਭਲਾ ਕਰੇ, 에ਅਰ ਇੰਡੀਆ ਨੂੰ। ਤੇ ਸੈਕੰਡ 5 ਈਅਰ ਪਲਾਨ 'ਚ ਅਸੀਂ ਕਿਹਨੂੰ ਨੈਸ਼ਨਲਾਈਜ਼ ਕੀਤਾ, LIC ਨੂੰ। ਇੱਕ ਤੇ LIC, ਇੱਕ ਹੋਰ 1900। ਸੈਕੰਡ 5 ਈਅਰ ਪਲਾਨ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਆ, 1956 ਤੋਂ 61। ਇਸ ਸੈਕੰਡ 5 ਈਅਰ ਪਲਾਨ 'ਚ ਇੱਕ ਸਾਲ ਆਉਂਦਾ 59। ਕਿਹੜਾ ਸਾਲ ਆਉਂਦਾ ਹੈ, 1959। ਉਸ ਸਾਲ ਅਸੀਂ ਕੀ ਕੀਤਾ, ਜਿਹੜੇ ਜਿੱਥੇ ਹੁਣ ਇੱਕ ਗੱਲ ਦੱਸੋਗੇ, ਪਟਿਆਲਾ ਆਜ਼ਾਦੀ ਤੋਂ ਪਹਿਲਾਂ ਪ੍ਰਿੰਸਲੀ ਸਟੇਟ ਸੀ ਕਿ